श्री नानक पद पंकज बंधन पद पंकज बंधना सिमरो अंगद दोख निकंदना अमरदास गुर हृदय त्यावो हृदय त्यावो श्री गुरु रामदास गुण गावो श्री अर्जन विघ्नन के नाशक विघ्नन के नाशक हर गोबिंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी तेग बहादुर परम कृपाला जी परम कृपाला श्री गुरु गोबिंद सिंह बेसाला तरों तरा पर पुन पुन सीसा पुन पुन सीसा बंदों बार बार जगदीसा जिसमें है अमृत ज्ञान है मानक भगत बैराग श्री गुरु ग्रंथ साहिब उदद बंदों कर अनुराग एक ओंकारा सतगुरु ते प्रसाद सत होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए दोहरा पतिया मैं लिख दे हो जाबो पुर सुल्ताना पर चहोगे सुख पाए हो कालू कलह निदाना जुग जुग अटल साहिब श्री गुरु ग्रंथ साहिब जी महाराज जी की पावन पवित्र हजूरी अंदर हाजरियां भरे अत सत्कार जो सत्संगी जनों दोवें हाथ जोड़ के फतेह प्रवान करो आखो जी वाहिगुरू जी का खालसा वाहिगुरू जी की फतेह। सतगुरां जी की कृपा के सदका सानू इस भाग समा प्राप्त होया है कि रोजमर्रा की जिंदगी दे विचों कुछ समा कट के सतगुरां जी की पावन पवित्र हजूरी अंदर जिथे जुड़ गए बैठ के सतगुरां जी की अमृतमय बाणी का रस भिन्ना कीर्तन सरवण करते हाँ उस दे नाल ही नाल रोजाना गुर इतिहास की कथा विचारा सरवण करने का भी निमाणा जिहा यतन करते हैं। चल रही लड़ीवार कथा के प्रसंग के तहत पिछले दीवाना दे विच असीं श्री गुरु नानक प्रकाश जो पूर्वराध अध्याय 16वें का प्रसंग जो सरवण करते आ रहे हैं। पिछले दीवाना दे विच इत्थों तक विचार सरवण कीते सन कि तलवंडी नगर दे विच एक साधु पहुंचता है जिन्हें अपने मनुखा देही के उत्ते संत रूपी चोला जिहड़ा धारण किया है
ਤੇ ਸਹਿਜ ਸੁਭਾਏ ਉਸ ਅਸਥਾਨ ਵੱਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਹੁੰਚਦੇ ਨੇ, ਜਿਸ ਅਸਥਾਨ ਦੇ ਉੱਤੇ ਉਸ ਸਾਧੂ ਨੇ ਆਪਣਾ ਆਸਣ ਲਗਾਇਆ ਹੋਇਆ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅਤੇ ਉਸ ਸਾਧੂ ਦੇ ਵਿਚਕਾਰ ਵਿਚਾਰ ਚਰਚਾ ਹੁੰਦੀ ਹੈ ਤੇ ਪਾਤਸ਼ਾਹ ਜੀ ਜੋ ਆਪਣੇ ਹੱਥ ਦੇ ਵਿੱਚ ਇੱਕ ਲੋਟਾ ਫੜ ਕੇ ਉੱਥੇ ਪਹੁੰਚਦੇ ਨੇ, ਇੱਕ ਹੱਥ ਦੇ ਵਿੱਚ ਮੁੰਦਰੀ ਹੁੰਦੀ ਹੈ ਤੇ ਉਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਸਾਧੂ ਨੂੰ ਭੇਟਾ ਦੇ ਰੂਪ ਦੇ ਵਿੱਚ ਦਿੰਦੇ ਨੇ ਤੇ ਸਾਧੂ ਨੇ ਵਾਪਸ ਉਹ ਵਸਤੂਆਂ ਕਰਨੀਆਂ ਵੀ ਚਾਹੀਆਂ, ਪਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਖਿਆ ਵੀ ਜਿਹੜੀ ਚੀਜ਼ ਅਸੀਂ ਇੱਕ ਵਾਰੀ ਦੇ ਦਿੰਦੇ ਆ ਉਹ ਸਾਡਾ ਸੁਭਾਅ ਨਹੀਂ ਅਸੀਂ ਵਾਪਸ ਲਈ। ਤੇ ਇਸੇ ਤਰ੍ਹਾਂ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਘਰ ਦੇ ਵਿੱਚ ਪਹੁੰਚਦੇ ਨੇ, ਪਿਤਾ ਮਹਿਤਾ ਕਾਲੂ ਜੀ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸੁੰਨੇ ਹੱਥਾਂ ਨੂੰ ਦੇਖਦੇ ਨੇ ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਕੋੜੇ ਵਚਨ ਆਖਦੇ ਨੇ। ਫਿਰ ਰਾਏ ਗੁਲਾਬ ਜੀ ਦੇ ਸਨਮੁਖ ਪੇਸ਼ ਹੁੰਦੇ ਨੇ ਤੇ ਜਦੋਂ ਰਾਏ ਗੁਲਾਬ ਜੀ ਦੇ ਸਨਮੁਖ ਪੇਸ਼ ਹੋ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਾਰਾ ਵਰਤਾਂਤ ਦੱਸਦੇ ਨੇ ਕਿ ਪਿਤਾ ਜੀ ਫਿਰ ਮੇਰੇ ਤੇ ਗੁੱਸੇ ਹੋ ਰਹੇ ਨੇ, ਤਾਂ ਰਾਏ ਗੁਲਾਬ ਜੀ ਮਹਿਤਾ ਕਾਲੂ ਜੀ ਨੂੰ ਵੀ ਬੁਲਾਉਂਦੇ ਨੇ, ਸਾਰੇ ਵਿਚਾਰ ਪੁੱਛਦੇ ਨੇ ਵੀ ਭਾਈ ਕੀ ਗੱਲ ਹੈ, ਤੁਸੀਂ ਮੇਰੀ ਗੱਲ ਤੇ ਧਿਆਨ ਕਿਉਂ ਨਹੀਂ ਦਿੰਦੇ, ਮੇਰੀ ਗੱਲ ਨੂੰ ਮੰਨਦੇ ਕਿਉਂ ਨਹੀਂ। ਤੁਹਾਨੂੰ ਆਖਿਆ ਸੀ ਵੀ ਤੁਸੀਂ ਆਪਣੇ ਪੁੱਤਰ ਨੂੰ ਕੋੜੇ ਵਚਨ ਨਹੀਂ ਆਖਣੇ, ਪਰ ਤੁਹਾਡੇ ਜੀਵਨ ਦੇ ਉੱਤੇ ਇਹ ਗੱਲ ਅਸਰ ਨਹੀਂ ਕਰਦੀ। ਜਦੋਂ ਇਹ ਸਾਰੀ ਵਿਚਾਰ ਹੁੰਦੀ ਹੈ ਤਾਂ ਮਹਿਤਾ ਕਾਲੂ ਜੀ ਵੀ ਆਪਣਾ ਪੱਖ ਰੱਖਦੇ ਨੇ ਵੀ ਭਾਈ ਜੇਕਰ ਇਹ ਆਪਣੀ ਕਮਾਈ ਦਾ ਕਮਾਇਆ ਹੋਇਆ ਧਨ ਜਾਂ ਕੋਈ ਵਸਤੂ ਜਿਹੜੀ ਆਪ ਖਰੀਦੀ ਹੋਵੇ, ਆਪਣੇ ਪੈਸਿਆਂ ਦੇ ਨਾਲ ਖਰੀਦੀ ਹੋਵੇ, ਜੇਕਰ ਇਹ ਉਸ ਵਸਤੂ ਨੂੰ ਗਵਾ ਕੇ ਆਣ ਤਾਂ ਮੈਨੂੰ ਕੋਈ ਰੋਸ ਨਹੀਂ। ਮੇਰੀ ਸਾਰੀ ਜ਼ਿੰਦਗੀ ਧਨ ਦੌਲਤ ਇਕੱਠਿਆਂ ਕਰਨ ਦੇ ਵਿੱਚ ਲੱਗ ਗਈ, ਪਰ ਇਹਨਾਂ ਨੇ ਜੋ ਕੁਝ ਵੀ ਮੈਂ ਜੋੜਿਆ ਸੀ ਉਹ ਅੱਜ ਤੱਕ ਗਵਾਇਆ ਹੀ ਹੈ। ਰਾਏ ਗੁਲਾਬ ਜੀ ਦੇ ਅੱਗੇ ਬੇਨਤੀ ਕਰਦੇ ਨੇ ਮਹਿਤਾ ਕਾਲੂ ਜੀ ਵੀ ਕਿਸੇ ਵੀ ਤਰੀਕੇ ਦੇ ਨਾਲ ਇਨਸਾਫ ਕੀਤਾ ਜਾਵੇ ਜਾਂ ਮੈਨੂੰ ਗੁਨਾਹ ਦੱਸ ਦਿੱਤਾ ਜਾਵੇ ਵੀ ਕੀ ਗੁਨਾਹ ਹੈ। ਰਾਏ ਗੁਲਾਬ ਜੀ ਮਹਿਤਾ ਕਾਲੂ ਜੀ ਦੀ ਵਿਚਾਰ ਸੁਣਦੇ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਪੱਖ ਵੀ ਸੁਣਦੇ ਨੇ। ਰਾਏ ਗੁਲਾਬ ਜੀ ਇਹ ਸਿੱਟਾ ਕੱਢਦੇ ਨੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਰੋਜ਼ਾਨਾ ਦੇ ਵਿਵਹਾਰ ਨੂੰ ਢਾਲਿਆ ਜਾਵੇ ਤੇ ਇਸੇ ਕਰਕੇ ਹੁਣ ਰਾਏ ਗੁਲਾਬ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕਰਦੇ ਨੇ ਵੀ ਤੁਸੀਂ ਸੁਲਤਾਨਪੁਰ ਦੀ ਧਰਤੀ ਉੱਤੇ ਚਾਲੇ ਪਾ ਦਿਓ। ਇੱਥੋਂ ਤੱਕ ਦਾ ਪ੍ਰਸੰਗ ਅਸੀਂ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਆਓ ਅਗਲੀ ਲੜੀ ਆਰੰਭ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦਿਆਂ ਹੋਇਆ, ਪਾਤਸ਼ਾਹ ਜੀ ਨੂੰ ਸਿਜਦਾ ਕਰਦੇ ਹੋਇਆ ਦੋਵੇਂ ਹੱਥ ਜੋੜ ਕੇ ਆਪਣੀ ਰਸਨਾ ਤੋਂ ਉਚਾਰਨ ਕਰੋ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਦੋਹਰਾ ਪਤਿਆ ਮੈਂ ਲਿਖ ਦਿਓ ਹੋ ਜਾਵੋ ਪੁਰ ਸੁਲਤਾਨ, ਪਰ ਚਾਹੋਗੇ ਸੁਖ ਪਾਏ ਹੋ ਕਾਲੂ ਕਲਹਿ ਨਿਦਾਨ। ਰਾਏ ਗੁਲਾਬ ਜੀ ਫਿਰ ਗੁਰੂ ਜੀ ਨੂੰ ਜਦੋਂ ਆਪਣੇ ਪਾਸ ਬੁਲਾਉਂਦੇ ਨੇ ਤਾਂ ਆਖਦੇ ਨੇ, ਗੁਰੂ ਜੀ ਨੂੰ ਕਹਿੰਦੇ ਪਤਿਆ ਮੈਂ ਲਿਖ ਦੇ ਹੋ ਵੀ ਮੈਂ ਇੱਕ ਚਿੱਠੀ ਲਿਖ ਕੇ ਇੱਕ ਪੱਤਰ ਲਿਖ ਕੇ ਤੁਹਾਨੂੰ ਦੇ ਦਿੰਦਾ ਹਾਂ, ਜਾਵੋ ਪੁਰ ਸੁਲਤਾਨ ਤੇ ਤੁਸੀਂ ਸੁਲਤਾਨਪੁਰ ਦੀ ਧਰਤੀ ਵੱਲ ਚਲੇ ਜਾਓ, ਪਰ ਚਾਹੋਗੇ ਸੁਖ ਪਾਏ ਹੋ ਕਾਲੂ ਕਲੇ ਨਿਦਾਨ, ਤੇ ਉੱਥੇ ਜਾ ਕੇ ਕਹਿੰਦੇ ਤੁਸੀਂ ਸਦਾ ਵਾਸਤੇ ਸੁਖ ਪਾਓਗੇ। ਜਦੋਂ ਤੁਸੀਂ ਉਸ ਸੁਲਤਾਨਪੁਰ ਦੀ ਧਰਤੀ ਉੱਤੇ ਜਾ ਕੇ ਰਹੋਗੇ ਤੁਹਾਨੂੰ ਜੀਵਨ ਦੇ ਵਿੱਚ ਸੁੱਖ ਮਿਲੇਗਾ। ਤੇ ਜਿਹੜਾ ਰੋਜ਼ਾਨਾ ਦਾ ਤੁਹਾਡੇ ਘਰ ਦੇ ਵਿੱਚ ਮਾਹੌਲ ਬਣਿਆ ਹੋਇਆ ਹੈ, ਮਹਿਤਾ ਕਾਲੂ ਜੀ ਤੁਹਾਨੂੰ ਖਿੱਚਦੇ ਨੇ ਜਾਂ ਕਿਸੇ ਵੀ ਕਾਰਨ ਕਰਕੇ ਤੁਹਾਡੇ ਘਰ ਦੇ ਵਿੱਚ ਝਗੜਾ ਚੱਲਦਾ ਹੈ ਨਾ, ਤਾਂ ਇਸ ਝਗੜੇ ਤੋਂ ਵੀ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ। ਸੋਰਠਾ ਇਹ ਬਿਦ ਕਹਿ ਕਰ ਰਾਏ ਪਾਤੀ ਲਿਖੀ ਜੈ ਰਾਮ ਕੋ, ਨਾਨਕ ਤੁਮ ਟਿਕ ਆਏ ਭਾਗ ਵੱਡੇ ਨਿਜ ਜਾਣੀਏ। ਹੁਣ ਇੱਥੇ ਮਹਿਤਾ ਕਾਲੂ ਜੀ ਦੇ ਸੁਭਾਅ ਤੋਂ ਵਾਕਫ ਹੋ ਕੇ ਰਾਏ ਗੁਲਾਬ ਜੀ ਨੇ ਜਿੱਥੇ ਇਹ ਫੈਸਲਾ ਕੀਤਾ ਹੈ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਸੁਲਤਾਨਪੁਰ ਦੀ ਧਰਤੀ ਤੇ ਭੇਜਣਾ ਹੈ, ਤੇ ਉਸ ਚਿੱਠੀ ਪੱਤਰ ਦੇ ਵਿੱਚ ਲਿਖਦੇ ਨੇ ਜੈ ਰਾਮ ਜੀ ਨੂੰ ਸੰਬੋਧਨ ਕਰਕੇ ਕਿ ਆਖਦੇ ਨੇ ਕਿ ਜੈ ਰਾਮ ਜੀ ਮੈਂ ਇੱਕ ਤੁਹਾਨੂੰ ਚਿੱਠੀ ਲਿਖ ਦਿੱਤੀ ਹੈ ਤੇ ਲਿਖਿਆ ਹੈ ਵੀ ਤੁਸੀਂ ਆਪਣੇ ਭਾਗ ਚੰਗੇ ਸਮਝੋ ਵੀ ਤੁਹਾਡੇ ਭਾਗ ਜਾਗ ਗਏ ਨੇ। ਤੁਸੀਂ ਆਖਦੇ ਸੀ ਨਾ, ਕਿਉਂਕਿ ਪਹਿਲਾਂ ਜਦੋਂ ਜੈ ਰਾਮ ਜੀ
ਤਲਵੰਡੀ ਵਿਖੇ ਆਉਂਦੇ ਨੇ ਤਾਂ ਰਾਏ ਗੁਲਾਬ ਜੀ ਦੇ ਨਾਲ ਵਿਚਾਰ ਚਰਚਾ ਦੇ ਵਿੱਚ ਇਹੀ ਵਿਸ਼ਾ ਛਿੜਦਾ ਹੈ, ਇਹੀ ਵਿਚਾਰ ਹੁੰਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਸੁਲਤਾਨਪੁਰ ਧਰਤੀ ਲੈ ਜਾਓ। ਤੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਵੀ ਸੁਲਤਾਨਪੁਰ ਪਹਿਲੀ ਵਾਰੀ ਜਾਂਦੇ ਨੇ ਤਾਂ ਜੈ ਰਾਮ ਜੀ ਵੀ ਇਹੀ ਚਾਹੁੰਦੇ ਨੇ ਵੀ ਇਹ ਹੋਰ ਸਮਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮੇਰੀ ਨਗਰੀ ਦੇ ਵਿੱਚ, ਮੇਰੇ ਘਰ ਦੇ ਵਿੱਚ ਰਹਿਣ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਵਚਨ ਕੀਤੇ ਸਨ ਵੀ ਜਦੋਂ ਕਿਤੇ ਫਿਰ ਸਬੱਬ ਬਣਿਆ ਅਸੀਂ ਜ਼ਰੂਰ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਆਵਾਂਗੇ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੁਣ ਜਦੋਂ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਜਾ ਰਹੇ ਨੇ ਤਾਂ ਰਾਏ ਗੁਲਾਬ ਜੀ ਜੈ ਰਾਮ ਜੀ ਨੂੰ ਆਖਦੇ ਨੇ ਵੀ ਤੁਸੀਂ ਆਖਦੇ ਸੀ ਨਾ ਵੀ ਜੇਕਰ ਮੇਰੇ ਕੋਲ ਰਹਿਣਗੇ ਤਾਂ ਮੈਂ ਆਪਣੇ ਵੱਡੇ ਭਾਗ ਸਮਝਾਂਗਾ, ਤੁਹਾਡੇ ਭਾਗ ਜਾਗ ਪਏ ਨੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੁਣ ਤੁਹਾਡੇ ਕੋਲ ਰਹਿਣ ਵਾਸਤੇ ਆ ਰਹੇ ਨੇ। ਭੁਜੰਗ ਛੰਦ ਜਿਤੀ ਸੇਵ ਹੋਵੇ ਕਰੋ ਆਪ ਜਾਕੀ, ਲਿਖੀ ਰਾਏ ਐਸੇ ਪਇਓ ਪ੍ਰੇਮ ਸਾਕੀ। ਕਹਿੰਦੇ ਜਿਵੇਂ ਵੀ ਜਿਸ ਵੀ ਤਰੀਕੇ ਦੇ ਨਾਲ ਤੁਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸੇਵਾ ਕਰ ਸਕਦੇ ਹੋ ਨਾ, ਆਪਣੀ ਯੋਗ ਸ਼ਕਤੀ ਦੇ ਅਨੁਸਾਰ, ਯਥਾ ਸ਼ਕਤੀ ਦੇ ਅਨੁਸਾਰ ਜਿਸ ਤਰੀਕੇ ਦੇ ਨਾਲ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਤੁਸੀਂ ਸੇਵਾ ਕਰੋ। ਲਿਖੀ ਰਾਏ ਐਸੇ ਪਿਓ ਪ੍ਰੇਮ ਸਾਕੀ। ਰਾਏ ਗੁਲਾਬ ਜੀ ਨੇ ਕਹਿੰਦੇ ਇਸ ਪ੍ਰਕਾਰ ਪ੍ਰੇਮ ਭਰੀ ਚਿੱਠੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਹੱਥਾਂ ਦੇ ਵਿੱਚ ਸੌਂਪੀ ਹੈ ਜੈ ਰਾਮ ਜੀ ਦੇ ਵਾਸਤੇ। ਦਈ ਹਾਥ ਮੈਂ ਹੇਦ ਰੂਪੰ ਦਿਆਲਾ, ਬੁਲਾਇਓ ਮੁਝੇ ਸੰਗ ਦੇਨੇ ਕਿਰਪਾਲਾ। ਤੇ ਇਸੇ ਤਰ੍ਹਾਂ ਹੁਣ ਰਾਏ ਗੁਲਾਬ ਜੀ ਨੇ ਦਿਆਲੂ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਇਹ ਚਿੱਠੀ ਫੜਾ ਦਿੱਤੀ ਹੈ। ਤੇ ਫਿਰ ਹੁਣ ਅੱਗੇ ਭਾਈ ਬਾਲਾ ਜੀ ਜਿਹੜੇ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਕਥਾ ਸੁਣਾਉਂਦੇ ਨੇ ਨਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ, ਉਹ ਆਖਦੇ ਨੇ ਜਦੋਂ ਉਹਨਾਂ ਨੇ ਚਿੱਠੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਫੜਾਉਣਾ ਕੀਤੀ ਹੈ ਤਾਂ ਕਹਿੰਦੇ ਫਿਰ ਮੈਨੂੰ ਭਾਈ ਬਾਲਾ ਜੀ ਨੂੰ ਕਹਿੰਦੇ ਰਾਏ ਗੁਲਾਬ ਜੀ ਨੇ ਆਪਣੇ ਪਾਸ ਬੁਲਾਇਆ ਤੇ ਆਖਿਆ ਹੈ ਵੀ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਜਾਣਾ ਹੈ। ਭਰਿਓ ਫੇਕ ਅੰਕਨ ਮੁਖ ਗਲੀਨ ਚੁੰਮਨ, ਮੁਝੋ ਨੈਣ ਨੀਰੰਗਿਰੀ ਬੂੰਦ ਭੂਮਨ। ਤੇ ਕਹਿੰਦੇ ਫਿਰ ਉਸੇ ਤਰ੍ਹਾਂ ਹੁਣ ਰਾਏ ਗੁਲਾਬ ਜੀ ਨੇ ਆਪਣੇ ਦਿਲ ਦੇ ਉੱਤੇ ਪੱਥਰ ਰੱਖ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਸੁਲਤਾਨਪੁਰ ਦੀ ਧਰਤੀ ਵੱਲ ਤੋਰਨ ਦਾ ਯਤਨ ਕੀਤਾ, ਫੈਸਲਾ ਕੀਤਾ। ਕਿਉਂਕਿ ਰਾਏ ਗੁਲਾਬ ਜੀ ਗਾਹੇ ਬਗਾਹੇ ਇਹ ਵਿਚਾਰ ਮਹਿਤਾ ਕਾਲੂ ਜੀ ਦੇ ਨਾਲ ਵੀ ਕਰਦੇ ਨੇ, ਜਾਂ ਰਾਏ ਗੁਲਾਬ ਜੀ ਦੇ ਮਨ ਦੇ ਵਿੱਚ ਵੀ ਇਸ ਗੱਲ ਦੇ ਪ੍ਰਤੀ ਬਹੁਤ ਸ਼ਰਧਾ ਭਾਵਨਾ ਹੈ, ਉਹ ਇਸ ਗੱਲ ਦੇ ਵਿੱਚ ਯਕੀਨ ਰੱਖਦੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕਾਰਨ ਹੀ ਮੇਰੀ ਇਹ ਨਗਰੀ ਭਲੀ ਵਸਦੀ ਹੈ, ਇਹਨਾਂ ਦੇ ਕਾਰਨ ਹੀ ਇਹ ਮੈਂ ਉੱਚੇ ਮਹਿਲ ਮੁਲਾਰਿਆਂ ਦੇ ਵਿੱਚ ਸੁੱਖ ਭੋਗਦਾ। ਤੇ ਹੁਣ ਜਦੋਂ ਆਪ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਸੁਲਤਾਨਪੁਰ ਦੀ ਧਰਤੀ ਦੇ ਵੱਲ ਵਿਦਾ ਕਰਦੇ ਨੇ ਤੇ ਕਹਿੰਦੇ ਆਖਦੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਰਾਏ ਗੁਲਾਬ ਜੀ ਨੇ ਆਪਣੀ ਗਲਵੱਕੜੀ ਦੇ ਵਿੱਚ ਲਿਆ ਹੈ, ਪਿਆਰ ਦੇ ਨਾਲ ਉਹਨਾਂ ਦਾ ਮੁਖੜਾ ਚੁੰਮਿਆ ਹੈ ਤੇ ਬਹੁਤ ਪਿਆਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਕੀਤਾ। ਤੇ ਇਸੇ ਪ੍ਰਸੰਗ ਨੂੰ ਦੇਖਦਿਆਂ ਇਹ ਅੱਖਾਂ ਦੇ ਨਾਲ ਸਾਰਾ ਕੁਝ ਦੇਖਦਿਆਂ ਜਿੱਥੇ ਰਾਏ ਗੁਲਾਬ ਜੀ ਦੇ ਮਨ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਪ੍ਰੇਮ ਪੈਦਾ ਹੋ ਰਿਹਾ, ਉੱਥੇ ਮਨ ਦੇ ਵਿੱਚ ਵਿਰਾਗ ਵੀ ਪੈਦਾ ਹੋ ਰਿਹਾ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅਤੇ ਰਾਏ ਗੁਲਾਬ ਜੀ ਦੋਨਾਂ ਦੀਆਂ ਅੱਖਾਂ ਦੇ ਵਿੱਚ ਕਹਿੰਦੇ ਨੇ ਹੰਝੂ ਆਉਂਦੇ ਨੇ। ਮਨੋ ਬਿਉ ਪੀਰੰ ਹਿਰਦੇ ਨਾ ਸਮਾਵੇ, ਚਖੰ ਦਵਾਰ ਆਵੇਂ ਬਾਹਨ ਸੁਆਵੇ। ਤੇ ਇਸੇ ਤਰ੍ਹਾਂ ਕਹਿੰਦੇ ਹੁਣ ਇਹ ਜਿਹੜੇ ਵਿਛੋੜੇ ਦੀ ਪੀੜ ਹੈ ਨਾ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਜਿਹੜਾ ਵਿਛੋੜਾ ਪੈ ਰਿਹਾ ਹੈ, ਰਾਏ ਗੁਲਾਬ ਜੀ ਦੇ ਕੋਲੋਂ ਇਹ ਪੀੜ ਜਿਹੜੀ ਹੈ ਹਿਰਦੇ ਦੇ ਵਿੱਚ ਸਹੀ ਨਹੀਂ ਜਾ ਰਹੀ, ਜਿਸ ਕਰਕੇ ਇਹ ਪੀੜ ਅੱਖਾਂ ਦੇ ਹੰਝੂਆਂ ਦੇ ਰਾਹੀਂ ਵਹਿ ਰਹੀ ਹੈ। ਦਿਲਾ ਸੋ ਦਿਓ ਹੈ ਧਰਿਓ ਹਾਥ ਸੀਸੰ, ਵਿਦਾ ਕੀਨ ਪ੍ਰੀਤੰ ਬਹੁਤੀ ਛਤੀ ਸੰ। ਤੇ ਕਹਿੰਦੇ ਰਾਏ ਗੁਲਾਬ ਜੀ ਨੇ ਦਿਲਾਸਾ ਦਿੱਤਾ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸੀਸ ਦੇ ਉੱਤੇ ਹੱਥ ਵੀ ਰੱਖਦੇ ਨੇ, ਪਿਆਰ ਵੀ ਕਰਦੇ ਨੇ, ਦਿਲਾਸਾ ਵੀ ਦਿੱਤਾ ਹੈ। ਤੇ ਕਹਿੰਦੇ ਵਿਦਾ ਕੀਨ ਪ੍ਰੀਤੰ ਬਹੁਤੀ ਛਤੀ ਸੰ, ਤੇ ਬਹੁਤ ਪ੍ਰੇਮ ਦੇ ਨਾਲ ਰਾਏ ਗੁਲਾਬ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਵਿਦਾ ਕੀਤਾ ਹੈ। ਗਏ ਧਾਮ ਮਾਤਾ ਮਿਲੀ ਅਸਰ ਢਾਲੀ, ਵਿਦਾਤਾ ਕਤੰ ਨਾ ਲਖੀ ਜਾਏ ਨਿਆਣੀ। ਤੇ ਇਸੇ ਤਰ੍ਹਾਂ ਕਹਿੰਦੇ ਰਾਏ ਗੁਲਾਬ ਜੀ ਦੇ ਘਰ ਦੇ ਵਿੱਚ ਹੀ
ਰਾਏ ਬੁਲਾਰ ਜੀ ਦੇ ਮਹਿਲਾਂ ਦੇ ਵਿੱਚ ਹੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸਤਿਕਾਰਯੋਗ ਮਾਤਾ ਜੀ ਵੀ ਉੱਥੇ ਮਹਿਲ ਦੇ ਵਿੱਚ ਪਹੁੰਚਦੇ ਨੇ ਤੇ ਉੱਥੇ ਜਾ ਕੇ ਹੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਮਿਲਦੇ ਨੇ। ਤੇ ਇਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜੋ ਸੁਭਾਅ ਹੈ, ਜੋ ਉਹਨਾਂ ਦੀ ਵਿਧ ਹੈ, ਜੋ ਜੀਵਨ ਦੀ ਗਤੀ ਹੈ, ਜੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਜੀਵਨ ਦੇ ਵਿੱਚ ਕਲਾ ਵਰਤਾਉਂਦੇ ਨੇ, ਕਹਿੰਦੇ ਇਸ ਨੂੰ ਕੋਈ ਵੀ ਸਮਝ ਨਹੀਂ ਸਕਦਾ। ਇਕੰਤਾਤ ਮੇਰੋ ਬਿਓਮ ਸੋ ਕੀਨੋ, ਨਾ ਦੇਵਨ ਸਹਾਰਿਓ ਨਾ ਦੇਖਨ ਦੀਨੋ। ਇਕੰਤਾਤ ਮੇਰੋ, ਤਾਤ ਦਾ ਭਾਵ ਹੁੰਦਾ ਪੁੱਤਰ। ਮਾਤਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਜਿੱਥੇ ਵਿਦਾ ਕਰਨ ਦੇ ਲਈ ਉੱਥੇ ਮਿਲਾਪ ਹੋ ਰਿਹਾ, ਤੇ ਮਾਤਾ ਜੀ ਨਾਲ ਹੀ ਨਾਲ ਇਹ ਵੀ ਆਖਦੇ ਨੇ, ਇਹ ਵੀ ਵਚਨ ਕਰਦੇ ਨੇ, ਕਹਿੰਦੇ ਮੇਰੇ ਘਰ ਦੇ ਵਿੱਚ ਇੱਕ ਪੁੱਤਰ ਹੈ, ਕਹਿੰਦੇ ਉਹ ਵੀ ਮੈਨੂੰ ਹੁਣ ਵਿਛੋੜਾ ਦੇ ਰਿਹਾ। ਬਿਓਮ ਸੋ ਕੀਨੋ, ਨਾ ਦੇਵਨ ਸਹਾਰਿਓ ਨਾ ਦੇਖਣ ਦੀਨੋ, ਕਹਿੰਦੇ ਮੇਰੇ ਕੋਲੋਂ ਇਹ ਵਿਛੋੜਾ ਹੁਣ ਚੱਲਿਆ ਨਹੀਂ ਜਾ ਰਿਹਾ। ਕਹਿੰਦੇ ਮੈਂ ਤਾਂ ਚੰਗੇ ਤਰੀਕੇ ਦੇ ਨਾਲ ਆਪਣੇ ਪੁੱਤਰ ਨੂੰ ਵੇਖ ਹੀ ਨਹੀਂ ਸਕੀ, ਕਿਉਂਕਿ ਅਸੀਂ ਹੁਣ ਤੱਕ ਦੀ ਜਿੰਨੀ ਵੀ ਵਿਚਾਰ ਸਰਵਣ ਕਰ ਚੁੱਕੇ ਹਾਂ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਕਦੇ ਪਾਂਧੇ ਪਾਸ ਪੜਨ ਦੇ ਲਈ ਭੇਜਿਆ ਜਾਂਦਾ, ਕਦੇ ਗਊਆਂ ਚਰਾਉਣ ਦੇ ਲਈ ਭੇਜ ਦਿੱਤਾ ਜਾਂਦਾ, ਕਦੇ ਖੇਤੀਬਾੜੀ ਕਰਨ ਦੇ ਲਈ ਭੇਜ ਦਿੱਤਾ ਜਾਂਦਾ, ਕਦੇ ਖਰਾ ਸੌਦਾ ਕਰਨ ਦੇ ਲਈ ਭੇਜ ਦਿੱਤਾ ਜਾਂਦਾ। ਪਰ ਫਿਰ ਵੀ ਚਾਹੇ ਮਾਤਾ ਜੀ ਦੇ ਕੋਲ ਰਹਿੰਦੇ ਨੇ, ਪਰ ਮਾਤਾ ਦੇ ਮਨ ਦੇ ਵਿੱਚ ਬੈਰਾਗ ਹੈ ਤੇ ਮਾਤਾ ਜੀ ਆਖਦੇ ਨੇ ਵੀ ਮੈਂ ਆਪਣੇ ਪੁੱਤਰ ਨੂੰ ਚੰਗੀ ਤਰ੍ਹਾਂ ਰੱਜ ਕੇ ਦੇਖਿਆ ਵੀ ਨਹੀਂ। ਅੱਜ ਤੱਕ ਮੈਂ ਪੁੱਤਰ ਨੂੰ ਚੰਗੀ ਤਰ੍ਹਾਂ ਦੇ ਨਾਲ ਇੰਨਾ ਦੇਖ ਹੀ ਨਹੀਂ ਸਕੀ ਵੀ ਮੇਰਾ ਮਨ ਰੱਜ ਜਾਵੇ। ਮਾਂ ਦੀ ਪ੍ਰੀਤ ਹੁੰਦੀ ਆਪਣੇ ਧੀ ਪੁੱਤਰ ਦੇ ਨਾਲ, ਇਸੇ ਪ੍ਰੀਤ ਦੇ ਵਸ ਪੈ ਕੇ ਮਨ ਦੇ ਵਿੱਚ ਵਿਰਾਗ ਵੀ ਆ ਰਿਹਾ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਮਾਤਾ ਜੀ ਇਹ ਬਚਨ ਕਰਦੇ ਹਨ। ਭਰੇ ਅੰਕ ਮੈਂ ਸੀਤ ਸਵਾਸਨ ਨਿਕਾਰੇ, ਬੜੀ ਪੀਰ ਮਨ ਹੋਵੇ ਪ੍ਰਾਨ ਨਿਆਰੇ। ਤੇ ਕਹਿੰਦੇ ਆਪਣੇ ਪੁੱਤਰ ਨੂੰ ਹੁਣ ਗਲਵੱਕੜੀ ਦੇ ਵਿੱਚ ਲੈਂਦੇ ਨੇ ਮਾਤਾ ਜੀ, ਤੇ ਕਹਿੰਦੇ ਠੰਡੇ ਸਾਹ ਲੈਂਦੇ, ਨਾਲ ਹੀ ਨਾਲ ਮਨ ਦੇ ਵਿੱਚ ਵੈਰਾਗ ਵੀ ਹੈ। ਜਿੱਥੇ ਮਨ ਨੂੰ ਸ਼ਾਂਤੀ ਹੋ ਰਹੀ, ਮਨ ਦੇ ਵਿੱਚ ਠੰਡਕ ਆ ਰਹੀ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਗਲਵੱਕੜੀ ਵਿੱਚ ਲੈ ਕੇ ਨਾਲ ਹੀ ਨਾਲ ਕਹਿੰਦੇ ਬਹੁਤ ਪੀੜ ਵੀ ਅਨੁਭਵ ਕਰ ਰਹੇ ਨੇ। ਤੇ ਮੰਨ ਲਓ ਮਾਤਾ ਜੀ ਦੀ ਦਸ਼ਾ ਇੰਜ ਹੋ ਰਹੀ ਹੈ ਵੀ ਜਿਵੇਂ ਉਹਨਾਂ ਦੇ ਪ੍ਰਾਣ ਨਿਕਲ ਰਹੇ ਹੋਣ। ਕਹੋ ਤਾਤ ਤੇਰੇ ਬਿਨਾ ਕੈਸ ਜੀਵਨ, ਸਹਿਓ ਜਾਏ ਨਾਹੀ ਵੇਖੇ ਘੋਰ ਪੀਵੋਂ। ਤੇ ਮਾਤਾ ਜੀ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਗਲਵੱਕੜੀ ਦੇ ਵਿੱਚ ਲੈਂਦੇ ਨੇ ਤੇ ਨਾਲ ਹੀ ਨਾਲ ਇਹ ਵੀ ਵਚਨ ਵਿੱਚ ਵੀ ਚੱਲ ਰਹੇ ਨੇ, ਕਹਿੰਦੇ ਮੈਂ ਤੁਹਾਡਾ ਵਿਛੋੜਾ ਕਿਵੇਂ ਸਹਾਂਗੀ, ਕਿਵੇਂ ਸਹਾਂਗੀ ਤੁਹਾਡੇ ਵਿਛੋੜੇ ਨੂੰ। ਤੇ ਮਾਤਾ ਜੀ ਬਾਰ-ਬਾਰ ਹੁਣ ਇਹ ਵੀ ਆਖਦੇ ਨੇ ਕਿ ਤੁਹਾਡੇ ਬਿਨਾਂ ਰਹਿਣਾ ਮੇਰਾ ਅਧੂਰਾ ਹੈ। ਕਿਆ ਮੈਂ ਨਿਹਾਰੋ ਸੋ ਪਾਸ਼ੇ ਇਕਾਕੀ, ਹੁਦੋ ਸੁਣ ਏਕੋ ਸਮੀਪੰ ਨਾ ਤਾਕੀ। ਤਾਂ ਮਾਤਾ ਜੀ ਆਖਦੇ ਨੇ ਕਿ ਹੁਣ ਮੈਂ ਘਰ ਦੇ ਵਿੱਚ ਇਕੱਲੀ ਕਿਵੇਂ ਆਪਣਾ ਜੀਵਨ ਬਤੀਤ ਕਰਾਂਗੀ। ਬੇਬੇ ਨਾਨਕੀ ਜੀ ਦਾ ਤਾਂ ਆਨੰਦ ਕਾਰਜ ਹੋ ਗਿਆ ਹੈ ਨਾ, ਬੇਬੇ ਨਾਨਕੀ ਜੀ ਤਾਂ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਨੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਵੀ ਬੇਬੇ ਨਾਨਕੀ ਜੀ ਦੇ ਕੋਲ ਤੇ ਜੈ ਰਾਮ ਜੀ ਦੇ ਕੋਲ ਜਾ ਰਹੇ ਨੇ। ਇਸੇ ਕਰਕੇ ਹੁਣ ਮਾਤਾ ਜੀ ਆਖ ਰਹੇ ਨੇ ਤੇ ਮੈਂ ਤਾਂ ਘਰ ਦੇ ਵਿੱਚ ਇਕੱਲੀ ਰਹਿ ਗਈ ਹਾਂ। ਕਹਿੰਦੇ ਜੇਕਰ ਮੇਰੇ ਘਰ ਦੇ ਵਿੱਚ ਇੱਕ ਹੋਰ ਪੁੱਤਰ ਹੁੰਦਾ ਨਾ ਤਾਂ ਮੈਨੂੰ ਕੋਈ ਇੰਨਾ ਗਿਲਾ ਸ਼ਿਕਵਾ ਨਾ ਹੁੰਦਾ, ਮੈਨੂੰ ਇਹ ਹੁੰਦਾ ਵੀ ਮੇਰੇ ਘਰ ਦੇ ਵਿੱਚ ਕੋਈ ਸਹਾਰਾ ਹੈ, ਮੇਰਾ ਕੋਈ ਮੇਰਾ ਆਸਰਾ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਵਿਦਾ ਕਰਨ ਦੇ ਲਈ ਮਾਤਾ ਜੀ ਇਹ ਵਚਨ ਆਖਦੇ ਨੇ, ਕਹਿੰਦੇ ਨੇ ਵੀ ਤੁਹਾਡੀ ਸਦਾ ਹੀ ਜੀਵਨ ਦੇ ਵਿੱਚ ਮੈਨੂੰ ਘਾਟ ਰੜਕਦੀ ਰਹੇਗੀ। ਕਰੀ ਬੰਦਨਾ ਮਾਤ ਕੋ ਰੂਤ ਸੋਜੀ, ਪਿਤਾ ਕੋ ਨਮੋ ਕੀਨ ਦੋ ਹੱਥ ਜੋੜੀ। ਜਦ ਕਹਿੰਦੇ ਮਾਤਾ ਜੀ ਨੇ ਰੋਣਾ ਛੱਡਿਆ, ਜਦੋਂ ਮਾਤਾ ਜੀ ਨੇ ਆਪਣੇ ਆਪ ਨੂੰ ਸੰਭਾਲਣ ਦਾ ਯਤਨ ਕੀਤਾ ਤਾਂ ਨਾਲ ਹੀ ਨਾਲ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਪਿਤਾ ਜੀ ਨੂੰ ਤੇ ਮਾਤਾ ਜੀ ਨੂੰ ਕਹਿੰਦੇ ਬੰਦਨਾ ਕੀਤੀ। ਦੋਵੇਂ ਹੱਥ ਜੋੜ ਕੇ ਪਿਆਰ ਅਤੇ ਸਤਿਕਾਰ ਦੇ ਨਾਲ ਮਾਤਾ ਪਿਤਾ ਜੀ ਨੂੰ ਨਮਸਕਾਰ ਕੀਤੀ ਹੈ। ਸਖਾ ਕੋ ਮਿਲੇ ਜੋ ਹੋਤੇ ਬਾਲ ਪਿਆਰੇ, ਮੁਝੇ ਸੰਗ ਲੈ ਫਿਰ ਪੰਥੰ ਪਧਾਰੇ। ਭਾਈ ਬਾਲਾ ਜੀ ਆਖਦੇ ਨੇ ਤੇ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿੱਥੇ ਆਪਣੇ ਮਾਤਾ ਪਿਤਾ ਜੀ ਨੂੰ ਨਮਸਕਾਰ ਕਰਕੇ ਵਿਦਾਈ ਲੈ ਰਹੇ ਨੇ ਤੇ ਇਸੇ ਤਰ੍ਹਾਂ ਕਹਿੰਦੇ ਜਿੰਨੇ ਵੀ ਉਹਨਾਂ ਦੇ ਸਕੇ ਸੰਬੰਧੀ ਸਨ ਜਾਂ ਸੱਜਣ ਮਿੱਤਰ ਸਨ, ਜਿਨ੍ਹਾਂ ਦੇ ਨਾਲ ਉਹਨਾਂ ਦਾ ਬਚਪਨ ਬੀਤਿਆ, ਉਹ ਬਾਲ ਸਾਥੀ ਸਨ,
ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਉਹਨਾਂ ਦੇ ਨਾਲ ਵੀ ਪਿਆਰ ਭਰੀ ਗਲਵਕੜੀ ਪਾਈ ਹੈ ਤੇ ਉਹਨਾਂ ਦੇ ਕੋਲੋਂ ਵੀ ਆਗਿਆ ਲਈ ਹੈ। ਤੇ ਇਸੇ ਤਰ੍ਹਾਂ ਕਹਿੰਦੇ ਮੈਨੂੰ ਆਪਣੇ ਨਾਲ ਲੈ ਕੇ ਅਸੀਂ ਸੁਲਤਾਨਪੁਰ ਦੀ ਧਰਤੀ ਦੇ ਵੱਲ ਚਾਲੇ ਪਾ ਦਿੱਤੇ। ਇਹ ਭਾਈ ਬਾਲਾ ਜੀ ਆਖਦੇ ਨੇ, ਕਹਿੰਦੇ ਅਸੀਂ ਦੋਨਾਂ ਨੇ ਫਿਰ ਰਲ ਕੇ ਸੁਲਤਾਨਪੁਰ ਦੀ ਧਰਤੀ ਵੱਲ ਨੂੰ ਚਾਲੇ ਪਾਏ ਹਨ। ਵਿਖੇ ਤੇ ਵਿਰਾਗੰ ਵਿਚਾਰੰ ਗਹਾਣੀ, ਮਗਨ ਜਾਤ ਪਾਖੈ ਭਲੇ ਮੁਖ ਦਾਨੀ। ਤੇ ਇਸੇ ਤਰ੍ਹਾਂ ਕਹਿੰਦੇ ਰਾਹ ਦੇ ਵਿੱਚ ਜਦੋਂ ਅਸੀਂ ਤੁਰੇ ਜਾ ਰਹੇ ਸਾਂ, ਭਾਈ ਬਾਲਾ ਜੀ ਇਹ ਕਥਾ ਸੁਣਾਉਣੀ ਕਰਦੇ ਨੇ, ਆਖਦੇ ਨੇ ਕਿ ਕਹਿੰਦੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਤੇ ਮੈਂ ਸੁਲਤਾਨਪੁਰ ਦੀ ਧਰਤੀ ਦੇ ਵੱਲ ਜਾ ਰਹੇ ਸਾਂ ਤਾਂ ਕਹਿੰਦੇ ਰਸਤੇ ਦੇ ਵਿੱਚ ਅਸੀਂ ਬਹੁਤ ਆਪਸ ਦੇ ਵਿੱਚ ਵਿਚਾਰ ਚਰਚਾ ਕੀਤੀਆਂ ਨੇ। ਤੇ ਮਗਨ ਜਾਤ ਭਾਖੈ ਭਲੇ ਮੁਖ ਦਾਨੀ, ਤੇ ਮੁਕਤੀ ਦੇ ਦਾਤੇ ਰਾਹ ਦੇ ਵਿੱਚ ਕਹਿੰਦੇ ਦੋਹੀਂ ਪਾਸੇ ਭਾਵ ਆਲੇ ਦੁਆਲੇ ਦੇਖਦੇ ਹੋਏ ਤੁਰੇ ਜਾ ਰਹੇ ਹਨ। ਪੂਰੀ ਨਿਆਰਾਨੀ ਕਟੀ ਬਾਟ ਸਾਰੀ, ਪਰਵੇਸ਼ੰ ਬਜਾਰੰ ਕੇ ਹੀਰ ਚਾਰੀ। ਤੇ ਇਸੇ ਤਰ੍ਹਾਂ ਕਹਿੰਦੇ ਫਿਰ ਸੁਲਤਾਨਪੁਰ ਦੀ ਨਗਰੀ ਜਿਹੜੀ ਸੀ ਉਹ ਨੇੜੇ ਆ ਗਈ। ਜੰਗਲਾਂ ਨੂੰ ਲੰਘੇ, ਵੱਖ-ਵੱਖ ਨਗਰਾਂ ਦਾ ਪੈਂਡਾ ਤੈਅ ਕੀਤਾ, ਤਲਵੰਡੀ ਨਗਰ ਤੋਂ ਚੱਲੇ ਸਨ ਤੇ ਕਹਿੰਦੇ ਹੁਣ ਸੁਲਤਾਨਪੁਰ ਦੀ ਨਗਰੀ ਜਿਹੜੀ ਹੈ ਨੇੜੇ ਆ ਗਈ। ਤੇ ਇਸੇ ਤਰ੍ਹਾਂ ਕਹਿੰਦੇ ਬਾਜ਼ਾਰਾਂ ਦੇ ਵਿੱਚੋਂ ਪ੍ਰਵੇਸ਼ ਕੀਤਾ ਤੇ ਚਾਰ ਚੁਫੇਰੇ ਵੇਖ ਕੇ ਬਹੁਤ ਪ੍ਰਸੰਨ ਹੋਏ ਨੇ। ਗਏ ਧਾਮ ਜੈ ਰਾਮ ਬੇਦੀਨ ਰਾਈ, ਤਬੈ ਨਾਨਕੀ ਸੋਦਰੀ ਦੇਖ ਧਾਈ। ਤੇ ਇਸੇ ਤਰ੍ਹਾਂ ਕਹਿੰਦੇ ਉਹਨਾਂ ਬਾਜ਼ਾਰਾਂ ਨੂੰ ਲੰਘਦੇ ਹੋਏ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਭਾਈ ਬਾਲਾ ਜੀ ਦੇ ਸਮੇਤ ਕਹਿੰਦੇ ਜੈ ਰਾਮ ਜੀ ਦੇ ਘਰ ਦੇ ਵਿੱਚ ਪਹੁੰਚਦੇ ਨੇ। ਜਿਹੜੇ ਬੇਦੀਆਂ ਦੇ ਰਾਜੇ ਨੇ ਜੈ ਰਾਮ ਜੀ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਉਹਨਾਂ ਦੇ ਮਹਿਲ ਮੁਨਾਰਿਆਂ ਦੇ ਵਿੱਚ ਪਹੁੰਚਦੇ ਨੇ। ਜਦੋਂ ਹੁਣ ਬੇਬੇ ਨਾਨਕੀ ਜੀ ਨੂੰ ਇਹ ਗੱਲ ਦਾ ਪਤਾ ਲੱਗਾ ਕਿ ਤਲਵੰਡੀ ਨਗਰ ਤੋਂ ਮੇਰਾ ਵੀਰ ਚੱਲ ਕੇ ਆਇਆ, ਤਾਂ ਬੇਬੇ ਨਾਨਕੀ ਜੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਬੇਬੇ ਨਾਨਕੀ ਜੀ ਇਹ ਸਾਰਾ ਕੁਝ ਵੇਖ ਕੇ ਆਪ ਭੱਜੇ ਗਏ ਨੇ। ਜਿਸ ਰਾਹ ਤੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆ ਰਹੇ ਨੇ ਨਾ, ਉਸ ਰਾਹ ਵੱਲ ਨੂੰ ਆਪ ਬੇਬੇ ਨਾਨਕੀ ਜੀ ਭੱਜੇ ਗਏ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਆਉਣ ਦੇ ਲਈ। ਜੀਵਨ ਦੇ ਵਿੱਚ ਸਾਡੇ ਅਨੇਕਾਂ ਰਿਸ਼ਤੇ ਹੁੰਦੇ ਨੇ, ਸਾਡੇ ਭੈਣ ਭਰਾ ਵੀ ਨੇ। ਅਸੀਂ ਆਮ ਤੌਰ ਦੇ ਉੱਤੇ ਪਿਆਰ ਦੇ ਵਿੱਚ ਵੀ ਜਾਂ ਲੜਾਈ ਝਗੜਾ ਵੀ ਸਾਡਾ ਚੱਲਦਾ ਰਹਿੰਦਾ, ਪਰ ਜਦੋਂ ਕਿਤੇ ਵਿਆਹ ਹੋ ਜਾਂਦਾ, ਜਿਹੜੇ ਵੀਰ ਵਿਆਹ ਤੋਂ ਪਹਿਲਾਂ ਆਪਣੀਆਂ ਭੈਣਾਂ ਨੂੰ ਕਿਤੇ ਗੁੱਸੇ ਦੇ ਵਿੱਚ ਮਾੜਾ ਚੰਗਾ ਵੀ ਆਖ ਦਿੰਦੇ ਨੇ ਨਾ, ਤੇ ਗੁੱਸੇ ਦੇ ਵਿੱਚ ਮੇਰੇ ਵਰਗੇ ਵੀ ਇਹ ਵੀ ਆਖ ਦਿੰਦੇ ਵੀ ਮੈਂ ਕੋਈ ਨਾ, ਤੇਰਾ ਵਿਆਹ ਹੋ ਗਿਆ ਮੈਂ ਨਹੀਂ ਰੋਂਦਾ, ਤਾਂ ਯਾਦ ਰੱਖਣਾ ਜਦੋਂ ਭੈਣ ਦੀ ਵਿਦਾਈ ਹੁੰਦੀ ਹੈ ਨਾ, ਸਭ ਤੋਂ ਵੱਧ ਉਹੀ ਪਿਆਰ ਹੁੰਦਾ। ਜਦੋਂ ਹੁਣ ਫਿਰ ਭੈਣ ਸਹੁਰੇ ਘਰ ਚਲੇ ਜਾਂਦੀ, ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਵੇਂ ਗਏ ਨੇ, ਬੇਬੇ ਨਾਨਕੀ ਜੀ ਦੇ ਮਨ ਦੇ ਵਿੱਚ ਵੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਜਦੋਂ ਕਿਤੇ ਭਰਾ ਭੈਣ ਦੇ ਸਹੁਰੇ ਘਰ ਵਿੱਚ ਪਹੁੰਚਦਾ ਹੈ ਤਾਂ ਭੈਣ ਦੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਹੀਂ ਰਹਿੰਦਾ, ਉਸ ਦੇ ਜੀਵਨ ਦੇ ਵਿੱਚ ਖੁਸ਼ੀ ਦਾ ਵਾਧਾ ਹੋ ਜਾਂਦਾ। ਇਸੇ ਤਰ੍ਹਾਂ ਹੁਣ ਬੇਬੇ ਨਾਨਕੀ ਜੀ ਆਪ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਲੈਣ ਵਾਸਤੇ ਅੱਗੇ ਵਧੇ ਹਨ। ਉਬੈ ਬੈਰ ਪੈ ਆਨ ਕੈ ਸੀਸ ਧਾਰਿਓ, ਦਇਆ ਐਨ ਜੋ ਦੇਖ ਬੈਨ ਉਚਾਰਿਓ। ਤੇ ਹੁਣ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੇ ਸਨਮੁਖ ਦੇਖਿਆ, ਆਪਣੇ ਸਾਹਮਣੇ ਦੇਖਿਆ ਬੇਬੇ ਨਾਨਕੀ ਜੀ ਨੇ, ਉਮਰ ਦੇ ਵਿੱਚ ਬੇਬੇ ਨਾਨਕੀ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਤੋਂ 5 ਸਾਲ ਵਡੇਰੇ ਨੇ, ਪਰ ਫਿਰ ਵੀ ਬੇਬੇ ਨਾਨਕੀ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਰਮਜ ਨੂੰ ਜਿੱਥੇ ਪਹਿਚਾਣਿਆ, ਜਿੱਥੇ ਬੇਬੇ ਨਾਨਕੀ ਜੀ ਨੇ ਇਹ ਮਹਿਸੂਸ ਕੀਤਾ ਕਿ ਮੇਰਾ ਵੀਰ ਕੋਈ ਦੁਨਿਆਵੀ ਜੀਵ ਨਹੀਂ, ਇਹ ਅਕਾਲ ਪੁਰਖ ਆਪ ਇਹਨਾਂ ਦੇ ਰੂਪ ਦੇ ਵਿੱਚ ਪ੍ਰਗਟ ਹੋਇਆ ਹੈ, ਤਾਂ ਬੇਬੇ ਨਾਨਕੀ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਸੀਸ ਝੁਕਾ ਕੇ ਉਹਨਾਂ ਨੂੰ ਸਿਜਦਾ ਕੀਤਾ ਹੈ। ਤੇ ਨਾਲ ਹੀ ਆਖਦੇ ਨੇ ਦਇਆ ਐਨ ਜੋ ਦੇਖ ਬੈਨ ਉਚਾਰੀ। ਜਦੋਂ ਬੇਬੇ ਨਾਨਕੀ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਰੱਖਿਆ ਹੈ, ਉਹਨਾਂ ਨੂੰ ਨਮਸਕਾਰ ਕੀਤੀ ਹੈ, ਤੇ ਇਹ ਸਾਰਾ ਕੁਝ ਦੇਖ ਕੇ ਕਹਿੰਦੇ ਦਿਆਲੂ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਦੇਖ ਕੇ ਹੁਣ ਬਚਨ ਉਚਾਰਨ ਕੀਤੇ ਹਨ। ਵੱਡੀ ਸੋਦਰੀ ਮੋਹਿ ਤੇ ਬੈਸ ਤੇਰੀ, ਕਰੋ ਬੰਦਨਾ ਜੋਗਤਾ ਹੈ ਸੋ ਮੇਰੀ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਵੀ ਜਿੱਥੇ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਦੇ ਨੇ,
ਦੁਨਿਆਵੀ ਲੋਕਾਂ ਦਾ ਸਤਿਕਾਰ ਕਰਦੇ ਨੇ, ਉੱਥੇ ਬੇਬੇ ਨਾਨਕੀ ਜੀ ਦਾ ਵੀ ਸਤਿਕਾਰ ਕਰਦੇ ਹੋਏ ਆਖਦੇ ਨੇ ਕਿ ਭੈਣ ਜੀ ਤੁਸੀਂ ਮੇਰੇ ਤੋਂ ਉਮਰ ਤੋਂ ਵਡੇਰੇ ਹੋ, ਤੁਸੀਂ ਇਹ ਕੀ ਕਰ ਰਹੇ ਹੋ, ਇਹ ਤੁਸੀਂ ਉਲਟੀ ਰੀਤ ਚਲਾ ਰਹੀ ਹੈ, ਉਮਰ ਦੇ ਵਿੱਚ ਤੁਸੀਂ ਮੇਰੇ ਤੋਂ ਵੱਡੇ ਹੋ। ਤੇ ਕਹਿੰਦੇ ਮੇਰਾ ਹੱਕ ਬਣਦਾ ਤੁਹਾਨੂੰ ਬੰਦਨਾ ਕਰਨਾ, ਮੇਰਾ ਹੱਕ ਬਣਦਾ ਵੀ ਮੈਂ ਤੁਹਾਡੇ ਚਰਨਾਂ ਦੇ ਵਿੱਚ ਆਪਣਾ ਸੀਸ ਰੱਖ ਕੇ ਤੁਹਾਨੂੰ ਨਮਸਕਾਰ ਕਰਾਂ। ਕਹਿੰਦਾ ਇਹ ਮੇਰਾ ਯੋਗ ਹੱਕ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬੇਬੇ ਨਾਨਕੀ ਜੀ ਨੂੰ ਆਖਦੇ ਨੇ, ਕਹਿੰਦੇ ਤੁਸੀਂ ਇਹ ਉਲਟੀ ਰੀਤ ਨਾ ਚਲਾਓ। ਆਪੂਠੀ ਕਰੀ ਬਾਤ ਜੋਗੂ ਨਾ ਐਸੇ ਕਿ ਉਹ ਸੋਦਰੀ ਜੋ ਬੈ ਆਪ ਜੈਸੇ। ਤੇ ਕਹਿੰਦੇ ਇਹ ਗੱਲ ਜਿਹੜੀ ਤੁਸੀਂ ਕਰ ਰਹੇ ਹੋ ਨਾ, ਬੇਬੇ ਨਾਨਕੀ ਜੀ ਨੂੰ ਆਖਦੇ ਨੇ, ਕਹਿੰਦੇ ਜੋ ਕੁਝ ਵੀ ਤੁਸੀਂ ਕਰ ਰਹੇ ਹੋ ਇਹ ਗਲਤ ਗੱਲ ਹੈ, ਇਹ ਠੀਕ ਨਹੀਂ, ਸਾਡੇ ਸਮਾਜ ਦੀ ਪਰੰਪਰਾ ਦੇ ਅਨੁਸਾਰ ਇਹ ਠੀਕ ਨਹੀਂ। ਪਰ ਜੇਕਰ ਅਸੀਂ ਬੇਬੇ ਨਾਨਕੀ ਜੀ ਦੀ ਦ੍ਰਿਸ਼ਟੀ ਤੋਂ ਦੇਖੀਏ, ਉਹਨਾਂ ਦੀ ਭਾਵਨਾ ਤੋਂ ਦੇਖੀਏ, ਤਾਂ ਹਰੇਕ ਸਿੱਖ ਆਪਣੇ ਗੁਰੂ ਨੂੰ ਸਿਜਦਾ ਕਰਦਾ ਹੈ, ਆਪਣੇ ਪੈਗੰਬਰ ਨੂੰ ਸਿਜਦਾ ਕਰਦਾ ਹੈ, ਉਮਰ ਦਾ ਕੋਈ ਤਕਾਜ਼ਾ ਨਹੀਂ ਹੁੰਦਾ। ਇਸੇ ਤਰ੍ਹਾਂ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੁਨਿਆਵੀ ਰਿਸ਼ਤੇ ਨੂੰ ਵੀ ਦੇਖਦੇ ਨੇ ਤੇ ਬੇਬੇ ਨਾਨਕੀ ਜੀ ਨੂੰ ਬੇਨਤੀ ਕਰਦੇ ਨੇ, ਕਹਿੰਦੇ ਇਹ ਗੱਲ ਠੀਕ ਨਹੀਂ। ਕਹਿੰਦੇ ਹੇ ਮੇਰੇ ਵੱਡੇ ਭੈਣ ਜੀ, ਕਿਉ ਸੋਦਰੀ ਜੋ ਅਬੈ ਆਪ ਜੈਸੇ, ਇਹ ਦੱਸੋ ਆਪ ਜੈਸਾ ਭਾਵ ਆਪ ਦੇ ਬਰਾਬਰ ਦਾ ਮੈਂ ਕਿਵੇਂ ਹੋ ਗਿਆ ਹਾਂ। ਬੇਬੇ ਨਾਨਕੀ ਜੀ ਆਖਦੇ ਨੇ, ਕਹਿੰਦੇ ਵੀ ਉਮਰ ਦੇ ਵਿੱਚ ਬੇਸ਼ੱਕ ਮੈਂ ਤੁਹਾਡੇ ਤੋਂ ਵੱਡੀ ਹਾਂ, ਪਰ ਜਿਸ ਨਿਗਾਹ ਤੋਂ, ਜਿਸ ਦ੍ਰਿਸ਼ਟੀਕੋਣ ਤੋਂ ਮੈਂ ਤੁਹਾਡੇ ਦਰਸ਼ਨ ਕੀਤੇ ਨੇ, ਤੁਸੀਂ ਤਾਂ ਮੇਰੇ ਤੋਂ ਬਹੁਤ ਵਡੇਰੇ ਹੋ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਖਦੇ ਨੇ ਵੀ ਮੈਨੂੰ ਦੱਸਣਾ ਕਰੋ ਮੈਂ ਤੁਹਾਡੇ ਬਰਾਬਰ ਦਾ ਜਾਂ ਤੁਹਾਡੇ ਤੋਂ ਵੱਡਾ ਕਿਵੇਂ ਹੋ ਗਿਆ। ਹੁਣ ਜੇਕਰ ਅਸੀਂ ਵੱਡਿਆਂ ਦੀ ਗੱਲ ਕਰ ਲਈਏ ਤਾਂ ਅਸੀਂ ਇਹ ਮਨ ਦੇ ਵਿੱਚ ਭਰਮ ਪਾਲੀਏ ਕਿ ਕੇਵਲ ਉਮਰ ਦੇ ਵਿੱਚ ਸਾਡੇ ਤੋਂ ਵਡੇਰੇ ਜਿਹੜੇ ਨੇ ਉਹੀ ਵੱਡੇ ਹੁੰਦੇ ਨੇ। ਜੇਕਰ ਅਸੀਂ ਵੱਡਿਆਂ ਦੀ ਪਰਿਭਾਸ਼ਾ ਵੱਲ ਜਾਈਏ, ਕਈ ਵਾਰੀ ਸਾਡੇ ਘਰਾਂ ਦੇ ਵਿੱਚ ਬੱਚੇ ਨੇ, ਉਹ ਇਹੋ ਜੀ ਗੱਲ ਸਾਡੇ ਸਾਹਮਣੇ ਰੱਖ ਦਿੰਦੇ ਨੇ ਤਾਂ ਅਸੀਂ ਆਖਦੇ ਨੇ ਇਹ ਤਾਂ ਬਜ਼ੁਰਗਾਂ ਵਾਲੀਆਂ ਗੱਲਾਂ ਕਰਦਾ। ਪਰ ਭਾਵ ਕੋਈ ਵਿਚਾਰਕ ਪੱਖੋਂ ਵੀ ਵੱਡੇ ਹੁੰਦੇ ਨੇ, ਕੋਈ ਸਰੀਰ ਪੱਖੋਂ ਵੀ ਵੱਡੇ ਹੁੰਦੇ ਨੇ, ਕੋਈ ਰਿਸ਼ਤੇ ਪੱਖੋਂ ਵੀ ਵੱਡੇ ਹੁੰਦੇ ਨੇ, ਕੋਈ ਉਮਰ ਦੇ ਪੱਖੋਂ ਵੀ ਵੱਡੇ ਹੁੰਦੇ ਨੇ। ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜਿਹੜੀ ਵਿਚਾਰਧਾਰਾ ਹੈ ਉਹ ਬੇਬੇ ਨਾਨਕੀ ਜੀ ਦੇ ਅਨੁਸਾਰ, ਉਹ ਸਾਡੇ ਅਨੁਸਾਰ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਿਚਾਰਧਾਰਾ ਬਹੁਤ ਵੱਡੀ ਹੈ। ਇਸੇ ਕਰਕੇ ਬਾਣੀ ਦੇ ਵਿੱਚ ਵੀ ਇਹ ਪੰਕਤੀਆਂ ਦਰਜ ਨੇ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਕੋਈ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਮਰ ਦੇ ਵਿੱਚ ਵਡੇਰੇ ਨਹੀਂ ਸਨ, ਉਹ ਸਰੀਰ ਦੇ ਵਿੱਚ ਵੱਡੇ ਨਹੀਂ ਸਨ। ਜਿਹੜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਿਚਾਰਧਾਰਾ ਸੀ ਨਾ, ਉਹ ਸਾਰਿਆਂ ਧਰਮਾਂ ਤੋਂ ਵਿਲੱਖਣ ਵਿਚਾਰਧਾਰਾ ਸੀ ਤੇ ਸਭ ਤੋਂ ਵੱਡੀ ਵਿਚਾਰਧਾਰਾ ਸੀ। ਉਸ ਵਿਚਾਰਧਾਰਾ ਨੂੰ ਜਿਹਨੇ ਆਪਣੇ ਜੀਵਨ ਦੇ ਅੰਦਰ ਧਾਰਨ ਕੀਤਾ, ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਉਸ ਮਨੁੱਖ ਦੇ ਉੱਤੇ ਇਹੋ ਜਿਹੀ ਨਜ਼ਰ ਕੀਤੀ ਤੇ ਉਹਨਾਂ ਦੀ ਵਿਕਾਰਾਂ ਦੇ ਵੱਲੋਂ ਪੱਤ ਰੱਖ ਲਈ। ਇਸੇ ਕਰਕੇ ਹੁਣ ਬੇਬੇ ਨਾਨਕੀ ਜੀ ਨਮਸਕਾਰ ਕਰਦੇ ਨੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਫਰਿਆਦ ਕਰਦੇ ਨੇ ਤੇ ਆਖਦੇ ਨੇ ਵੀ ਮੈਨੂੰ ਦੱਸਣਾ ਕਰੋ ਵੀ ਮੈਂ ਤੁਹਾਡੇ ਤੋਂ ਵੱਡਾ ਕਿਵੇਂ ਹੋ ਗਿਆ ਹਾਂ। ਕਹੇ ਨਾਨਕੀ ਸਾਚ ਜੈਸੇ ਬਖਾਨੀ, ਜੁਈ ਹੋਏ ਭਰਾਤਾ ਕਹੋ ਸੋ ਪ੍ਰਮਾਨੀ। ਬੇਬੇ ਨਾਨਕੀ ਜੀ ਨੇ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਸ਼ਨ ਦਾ ਉੱਤਰ ਦਿੱਤਾ ਤੇ ਆਖਦੇ ਨੇ ਕਹੇ ਨਾਨਕੀ ਸਾਚ ਜੈਸੇ ਬੇਗਾਨੀ। ਬੇਬੇ ਨਾਨਕੀ ਜੀ ਨੇ ਕਿਹਾ, ਕਹਿੰਦੇ ਮੈਂ ਸੱਚੀ ਗੱਲ ਹੀ ਕੀਤੀ ਹੈ, ਮੈਂ ਕੋਈ ਝੂਠ ਨਹੀਂ ਤੁਹਾਨੂੰ ਦੱਸਿਆ, ਮੈਂ ਤੁਹਾਡੇ ਲਈ ਕੋਈ ਝੂਠੇ ਬਚਨ ਨਹੀਂ ਉਚਾਰਨ ਕੀਤੇ, ਜੋ ਕੁਝ ਵੀ ਆਖਿਆ ਹੈ ਉਹ ਸੱਚੀ ਗੱਲ ਹੈ। ਜੂਈ ਹੋਏ ਭਰਾਤਾ ਕਹੋ ਸੋ ਪ੍ਰਮਾਨੀ। ਜੇ ਤਾਂ ਤੁਸੀਂ ਕੇਵਲ ਮੇਰੇ ਭਰਾ ਹੋ ਤਾਂ ਜੋ ਤੁਸੀਂ ਕਹੋਗੇ, ਕਹਿੰਦੇ ਮੈਂ ਉਹੀ ਮੰਨ ਲਵਾਂਗੀ। ਨਹੀਂ ਪ੍ਰਾਂਤ ਕਾਕੇ ਜਗੀਸ਼ ਪੇਖੋ, ਹਿਰਦੈ ਆਪਣੇ ਮੈਂ ਨਾ ਭਰਾਤਾ ਪੇ ਲਿਖੋ। ਤੇ ਕਹਿੰਦੇ ਤੁਸੀਂ ਕਿਵੇਂ ਦੇ ਭਰਾ ਨਹੀਂ ਹੋ। ਕਹਿੰਦੇ ਬਲਕਿ ਮੈਂ ਇਹ ਜਾਣਿਆ ਹੈ, ਨਹੀਂ ਪ੍ਰਾਂਤ ਕਾਕੇ ਜਗੀਏਸ਼ ਪੇਖੋ। ਕਹਿੰਦੇ ਬੇਬੇ ਨਾਨਕੀ ਜੀ ਆਖਦੇ ਨੇ, ਕਹਿੰਦੇ ਮੈਂ ਤਾਂ ਇਹ ਜਾਣਿਆ ਹੈ, ਕਹਿੰਦੇ ਤੁਸੀਂ ਤਾਂ ਜਗਤ ਦੇ ਈਸ਼ਵਰ ਹੋ, ਤੁਸੀਂ ਕੇਵਲ ਮੇਰੇ ਭਰਾ ਨਹੀਂ। ਦੁਨਿਆਵੀ ਤੌਰ ਦੇ ਉੱਤੇ ਸਾਡਾ ਰਿਸ਼ਤਾ ਭੈਣ ਭਰਾ ਦਾ ਬੇਸ਼ੱਕ ਹੈ, ਤੁਸੀਂ ਕੇਵਲ ਮੇਰੇ ਭਰਾ ਹੀ ਨਹੀਂ ਹੋ, ਤੁਸੀਂ ਤਾਂ ਕਹਿੰਦੇ ਜਗਤ ਦੇ ਮਾਲਕ ਹੋ, ਜਗਤ ਦੇ ਈਸ਼ਵਰ ਹੋ। ਜਗਤ ਦੇ ਲੋਕ ਤੁਹਾਡੀ ਜੈ ਜੈਕਾਰ ਕਰਦੇ ਨੇ ਤੇ ਫਿਰ ਆਖਦੇ ਨੇ ਜਿਹਦੇ ਆਪਣੇ ਮੈਂ ਨਾ ਭਰਾਤਾ ਪੇ ਲਿਖੋ। ਤੇ ਇਸੇ ਕਰਕੇ ਕਹਿੰਦੇ ਮੈਂ ਆਪਣੇ ਹਿਰਦੇ ਦੇ ਵਿੱਚ ਤੁਹਾਨੂੰ ਕੇਵਲ ਆਪਣਾ ਭਰਾ ਨਹੀਂ ਜਾਣਿਆ, ਮੈਂ ਵੀ ਤੁਹਾਨੂੰ ਜਗਤ ਦਾ ਮਾਲਕ ਜਾਣ ਕੇ ਤੁਹਾਨੂੰ ਨਮਸਕਾਰ ਕੀਤੀ ਹੈ, ਤੁਹਾਨੂੰ ਬੰਦਨਾ ਕੀਤੀ ਹੈ। ਨਾ ਆਦੰ ਨਾ ਅੰਤੰ ਬੇਅੰਤੰ ਸਰੂਪੰ, ਪਿਤਾ ਹੈ ਨਾ ਮਾਤਾ ਨਾ ਬਦੰ ਅਨੂਪੰ।
ਹੁਣ ਜਿੱਥੇ ਦੁਨਿਆਵੀ ਰਿਸ਼ਤਿਆਂ ਦੀ ਗੱਲ ਕਰ ਲਈਏ ਤਾਂ ਹੁਣ ਬੇਬੇ ਨਾਨਕੀ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਜਿੱਥੇ ਜਗਤ ਦਾ ਮਾਲਕ ਮੰਨਦੇ ਨੇ ਤੇ ਨਾਲ ਹੀ ਨਾਲ ਆਖਦੇ ਨੇ ਕਹਿੰਦੇ ਤੁਹਾਡੇ ਬਰਾਬਰ ਦਾ ਨਾ ਕੋਈ ਆਦਿ ਤੋਂ ਸੀ, ਭਾਵ ਜਦੋਂ ਸੰਸਾਰ ਦੀ ਉਤਪਤੀ ਹੋਈ ਨਾ ਹੀ ਉਦੋਂ ਕੋਈ ਤੁਹਾਡੇ ਬਰਾਬਰ ਦਾ ਸੀ ਤੇ ਨਾ ਹੀ ਅੰਤ ਤੱਕ ਤੁਹਾਡੇ ਬਰਾਬਰ ਦਾ ਕੋਈ ਹੋਵੇਗਾ। ਤੁਹਾਡਾ ਜਿਹੜਾ ਸਰੂਪ ਹੈ ਨਾ ਉਹ ਬੇਅੰਤ ਹੈ। ਦੁਨਿਆਵੀ ਤੌਰ ਦੇ ਉੱਤੇ ਬੇਸ਼ੱਕ ਤੁਹਾਨੂੰ ਮਾਤਾ ਪਿਤਾ ਨੇ ਜਨਮਿਆ ਹੈ, ਪਰ ਜਿਸ ਨਿਗਾਹ ਦੇ ਨਾਲ, ਜਿਸ ਦ੍ਰਿਸ਼ਟੀਕੋਣ ਦੇ ਨਾਲ ਅਸੀਂ ਤੁਹਾਡੇ ਦਰਸ਼ਨ ਕੀਤੇ ਨੇ, ਕਹਿੰਦੇ ਉਸ ਅਨੁਸਾਰ ਜਗਤ ਦੇ ਮਾਲਕ ਹੋ ਤੁਸੀਂ, ਤਾਂ ਤੁਹਾਡਾ ਕੋਈ ਵੀ ਮਾਤਾ ਪਿਤਾ ਨਹੀਂ ਹੈ। ਨਿਜੰਗ ਇਸ਼ਤੇ ਦੇਹ ਤਾਰੀ ਦਿਆਲੰ, ਉਦਾਹਰਨ ਮੰਦੰ ਜਗੰ ਜੀਵ ਜਾਲੰ। ਤੇ ਇਸੇ ਕਰਕੇ ਕਹਿੰਦੇ ਉਸ ਅਕਾਲ ਪੁਰਖ ਪ੍ਰਭੂ ਪਰਮਾਤਮਾ ਨੇ ਆਪਣੀ ਨਿੱਜੀ ਵਿਚਾਰ ਦੇ ਅਨੁਸਾਰ, ਆਪਣੀ ਨਿੱਜੀ ਵਿਚਾਰ ਦੇ ਅਨੁਸਾਰ ਤੁਹਾਡੇ ਰੂਪ ਦੇ ਵਿੱਚ, ਦੇਹੀ ਰੂਪ ਦੇ ਵਿੱਚ ਅਕਾਲ ਪੁਰਖ ਪ੍ਰਭੂ ਪਰਮਾਤਮਾ ਆਪ ਪ੍ਰਗਟ ਹੋਇਆ ਹੈ, ਦੇਹੀ ਰੂਪ ਧਾਰਨ ਕੀਤਾ ਹੈ। ਤੇ ਇਸੇ ਤਰ੍ਹਾਂ ਕਹਿੰਦੇ ਨੇ ਉਦਾਹਰਨ ਮਦਨ ਜਗਨ ਜੀਵ ਜਾਲਨ, ਸਾਰੇ ਜਗਤ ਦੇ ਜੀਵਾਂ ਦਾ ਉਧਾਰ ਕਰਨ ਵਾਸਤੇ, ਸਾਰੇ ਜਗਤ ਦਾ ਉਧਾਰ ਕਰਨ ਵਾਸਤੇ ਤੁਸੀਂ ਜਗਤ ਦੇ ਵਿੱਚ ਆਏ ਹੋ। ਕਲੀ ਕਾਲ ਮਾਹੀ ਬੇਥਾਰੋ ਸੁਚਾਲੀ, ਮਿਟਾਵੋ ਕੁਪੰਥੰ ਕੁਤੰਬੰ ਕੁਚਾਲੀ। ਤੇ ਇਸ ਕਰਕੇ ਕਹਿੰਦੇ ਇਸ ਕਲਯੁਗ ਵਿੱਚ ਸ੍ਰੇਸ਼ਟਾਚਾਰ ਨੂੰ ਫੈਲਾਵੋ। ਤੁਸੀਂ ਇਸ ਕਲਯੁਗ ਦਾ ਨਾਸ਼ ਕਰਨ ਆਏ ਹੋ, ਕਲਯੁਗੀ ਜੀਵਾਂ ਦਾ ਉਧਾਰਨ ਕਰਨ ਆਏ ਹੋ। ਇਸ ਕਰਕੇ ਤੁਸੀਂ ਰਹਿੰਦੇ ਦੁਨੀਆ ਦੇ ਕੋਨੇ-ਕੋਨੇ ਤੱਕ ਉਸ ਰੱਬ ਦੀ ਸਿਫਤ ਸਲਾਹ ਦੀ ਜਿਹੜੀ ਬਾਣੀ ਹੈ, ਉਹਦੀ ਵਿਚਾਰਧਾਰਾ ਦਾ ਪ੍ਰਸਾਰ ਪਸਾਰਾ ਜਿਹੜਾ ਹੈ ਉਹ ਫੈਲਾਣਾ ਕਰੋ। ਮਿਟਾਉ ਕੋ ਪੰਥਨ ਕੁਦਬ ਕੋ ਚਾਲੀ। ਤੇ ਕਹਿੰਦੇ ਭੈੜੇ ਰਾਹ ਚੱਲਣ ਵਾਲਿਆਂ ਦੇ ਅਤੇ ਖੋਟੀ ਮੱਤ ਧਾਰਨ ਕਰਨ ਵਾਲਿਆਂ ਦਾ ਇਹੋ ਜਿਹੇ ਕਰਮਾਂ ਤੋਂ ਉਹਨਾਂ ਦਾ ਛੁਟਕਾਰਾ ਪਾਓ। ਸਦਾ ਐਸਾ ਹੀ ਮੋਹਿ ਕੋ ਦਾਨ ਦੀਜੈ, ਮਤੰ ਨਾ ਵਿਸਾਰੋ ਕਵੈ ਜੋ ਪ੍ਰਸੀਜੈ। ਤੇ ਇਸੇ ਕਰਕੇ ਕਹਿੰਦੇ ਮੈਨੂੰ ਸਦਾ ਵਾਸਤੇ ਇਹੋ ਜਿਹਾ ਦਾਨ ਦਿਓ। ਹੁਣ ਬੇਬੇ ਨਾਨਕੀ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕੋਲੋਂ ਦਾਨ ਮੰਗਦੇ ਨੇ। ਅਸੀਂ ਵੀ ਯਤਨ ਕਰਨਾ ਵੀ ਇਹੋ ਜਿਹਾ ਦਾਨ ਸਾਨੂੰ ਕਿਤੇ ਮੰਗਣਾ ਆ ਜਾਵੇ। ਕੀ ਦਾਨ ਮੰਗਦੇ ਨੇ? ਕਹਿੰਦੇ ਮੈਨੂੰ ਸਦਾ ਲਈ ਇਹੋ ਜਿਹਾ ਦਾਨ ਦਵੋ, ਮਤੰਗ ਨਾ ਵਿਸਾਰੋ ਕਵੈ ਜੋ ਪ੍ਰਸੀਜੈ। ਕਹਿੰਦੇ ਚੰਗੀ ਬੁੱਧੀ ਨੂੰ ਮੈਂ ਕਦੇ ਵੀ ਨਾ ਵਿਸਾਰਾਂ। ਮੇਰੇ ਇਹੋ ਜਿਹਾ ਦਾਨ ਬਖਸ਼ਿਸ਼ ਕਰੋ, ਮੈਂ ਆਪਣੇ ਜੀਵਨ ਦੇ ਵਿੱਚ ਖੋਟੀ ਮੱਤ ਨਾ ਧਾਰਨ ਕਰਾਂ, ਦੇ ਨਾਲ ਹੀ ਨਾਲ ਕਿਤੇ ਚੰਗੀ ਬੁੱਧੀ ਨੂੰ, ਚੰਗੀ ਮੱਤ ਨੂੰ ਵੀ ਨਾ ਵਿਸਾਰਾਂ। ਇਸ ਤਰ੍ਹਾਂ ਵਿਚਾਰ ਕੇ ਖੁਸ਼ ਅਤੇ ਪ੍ਰਸੰਨ ਰਹੋ। ਇਤੈ ਮਦ ਜੈ ਰਾਮ ਆਇਓ ਤਹਾਹੀ, ਸੁਸਾ ਨਾਨਕੀ ਸੋ ਮਿਲੈ ਬੈਸ ਜਾਹੀ। ਤੇ ਕਹਿੰਦੇ ਇੰਨੇ ਨੂੰ ਜਿੱਥੇ ਬੇਬੇ ਨਾਨਕੀ ਜੀ ਅਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਵਿਚਕਾਰ ਵਿਚਾਰ ਚਰਚਾ ਚੱਲ ਰਹੀ ਹੈ, ਆਪਸ ਦੇ ਵਿੱਚ ਮੇਲ ਮਿਲਾਪ ਕਰ ਰਹੇ ਨੇ, ਤੇ ਇੰਨੇ ਨੂੰ ਕਹਿੰਦੇ ਉਸੇ ਅਸਥਾਨ ਦੇ ਉੱਤੇ ਭਾਈ ਜੈ ਰਾਮ ਜੀ ਵੀ ਪਹੁੰਚ ਜਾਂਦੇ ਨੇ, ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅਤੇ ਬੇਬੇ ਨਾਨਕੀ ਜੀ ਵਿਰਾਜਮਾਨ ਨੇ। ਉਠੇ ਬੰਦਨਾ ਕੋ ਨਿਹਾਰੇ ਜਰਾਮਾ, ਹਟਾਇਓ ਇਨੇ ਆਪ ਕੀਨੀ ਪ੍ਰਣਾਮਾ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੁਣ ਭਾਈ ਜੈ ਰਾਮ ਜੀ ਨੂੰ ਆਪਣੇ ਤੋਂ ਵਡੇਰੀ ਉਮਰ ਦਾ ਸਮਝਦੇ ਹੋਏ ਜੈ ਰਾਮ ਜੀ ਨੂੰ ਨਮਸਕਾਰ ਕਰਨ ਦੇ ਲਈ ਆਪਣੇ ਆਸਣ ਤੋਂ ਉੱਠੇ ਨੇ। ਜਦੋਂ ਜੈ ਰਾਮ ਜੀ ਨੇ ਇਹ ਦੇਖਿਆ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਸਿਜਦਾ ਕਰਨ ਵਾਸਤੇ ਆਪਣੇ ਆਸਣ ਤੋਂ ਉੱਠ ਖਲੋਤੇ ਨੇ, ਤੇ ਭਾਈ ਜੈ ਰਾਮ ਜੀ ਨੇ ਮਨਾ ਕੀਤਾ, ਸਗੋਂ ਆਪ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ, ਆਪ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਪ੍ਰਣਾਮ ਕੀਤਾ ਹੈ। ਕਹੇ ਬੈਨ ਜੈ ਰੰਗ ਧਾਮ ਪੁਨੀਤਾ, ਭਇਓ ਆਪਨੇ ਤੇ ਉਡੀਕੰਤ ਨੀਤਾ। ਤੇ ਇਸੇ ਤਰ੍ਹਾਂ ਕਹਿੰਦੇ ਹੁਣ ਜੈ ਰਾਮ ਜੀ ਨੇ ਕਿਹਾ, ਤੇ ਕਹਿੰਦੇ ਮੇਰੇ ਘਰ ਵਿੱਚ ਆ ਕੇ ਤੁਸੀਂ ਮੇਰੇ ਘਰ ਨੂੰ ਪਵਿੱਤਰ ਕੀਤਾ ਹੈ, ਮੇਰੇ ਭਾਗ ਬਹੁਤ ਵੱਡੇ ਨੇ, ਮੈਂ ਤੁਹਾਡਾ ਕੋਟਾਨ ਕੋਟ ਧੰਨਵਾਦ ਕਰਦਾ ਤੇ ਕਿ ਤੁਸੀਂ ਮੇਰੇ ਘਰ ਦੇ ਵਿੱਚ ਚਰਨ ਪਾਏ ਨੇ। ਇਸ ਦੇ ਨਾਲ ਮੇਰਾ ਇਹ ਨਗਰ, ਮੇਰਾ ਇਹ ਘਰ ਜਿਹੜਾ ਹੈ ਪਵਿੱਤਰ ਹੋ ਗਿਆ ਹੈ। ਤੇ ਕਹਿੰਦੇ ਮੈਂ ਸਦਾ ਹੀ ਤੁਹਾਡੇ ਆਉਣ ਦੀ ਉਡੀਕ ਕਰਦਾ ਰਹਿੰਦਾ ਸਾਂ। ਨਿਹਾਲੰ ਕੀਓ ਮੋਹਿ ਦੀਨੋ ਦੇ ਦਾਰੰ, ਉਹ ਸੰਤ ਰੂਪੰ ਅਨੂਪੰ ਦਿਆਰੰ। ਤੇ ਕਹਿੰਦੇ ਜਿੱਥੇ ਤੁਸੀਂ ਆਪਣੇ ਦਰਸ਼ਨ ਦੇ ਕੇ, ਆਪਣੇ ਦਰਸ਼ਨ ਦੀਦਾਰ ਬਖਸ਼ ਕੇ ਮੈਨੂੰ ਨਿਹਾਲ ਕੀਤਾ ਹੈ, ਤੇ ਕਹਿੰਦੇ ਤੁਸੀਂ
ਪੂਰਨ ਸੰਤ ਰੂਪ ਹੋ, ਤੁਸੀਂ ਦਿਆਲੂ ਸੁਭਾਅ ਦੇ ਹੋ। ਇਹ ਜੈ ਰਾਮ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਉਸਤਤ ਕਰਦੇ ਨੇ, ਵਡਿਆਈ ਕਰਦੇ ਨੇ। ਚਹੋ ਕੋਸ਼ਿਸ਼ੰ ਜੈਸੇ ਤੈਸੀ ਹੰਡਾਵੋ, ਰੁਚੈ ਜੋ ਹਿਰਦੈ ਸੋ ਭਲੀ ਬੰਦ ਖਾਵੋ। ਤੇ ਹੁਣ ਜੈ ਰਾਮ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਵੰਦਨਾ ਕਰਦੇ ਨੇ, ਨਮਸਕਾਰ ਕਰਦੇ, ਨਾਲ ਹੀ ਨਾਲ ਬਚਨ ਆਖਦੇ ਨੇ। ਕਹਿੰਦੇ ਜਿਹੋ ਜੀ ਪੋਸ਼ਾਕ ਪਾਉਣ ਦਾ ਤੁਹਾਡਾ ਮਨ ਕਰਦਾ ਹੈ, ਜਿਹੋ ਜਿਹੇ ਵਸਤਰ ਤੁਹਾਨੂੰ ਚੰਗੇ ਲੱਗਦੇ ਨੇ ਪਹਿਨਣੇ, ਉਹੋ ਜਿਹੇ ਵਸਤਰ ਤੁਸੀਂ ਆਪਣੇ ਤਨ ਦੇ ਉੱਤੇ ਧਾਰਨ ਕਰੋ। ਜਿਹੋ ਜਿਹਾ ਭੋਜਨ ਖਾਣ ਦਾ ਤੁਹਾਡਾ ਮਨ ਹੈ, ਜੋ ਵੀ ਤੁਸੀਂ ਛਕਣਾ ਪਸੰਦ ਕਰੋਗੇ, ਜੋ ਵੀ ਤੁਹਾਡਾ ਦਿਲ ਕਰਦਾ, ਉਸੇ ਦੇ ਅਨੁਸਾਰ ਤੁਸੀਂ ਆਪਣਾ ਜੀਵਨ ਬਤੀਤ ਕਰੋ। ਰੁਚੇ ਨਾ ਹਿਰਦੈ ਸੋ ਭਲੀ ਭਾਂਤ ਖਾਵੋ। ਉਸੇ ਤਰ੍ਹਾਂ ਹੀ ਭਲੀ ਭਾਂਤ ਆਪਣੇ ਜੀਵਨ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੰਢਾਵੋ ਅਤੇ ਖਾਵੋ। ਰਹੋ ਬੈਠਿਆ ਪੁੰਨ ਕੀਰਤਨ ਤੁਮਾਰੋ, ਕਰੋ ਸੰਤ ਸੰਗ ਸੋ ਨਾਮ ਉਚਾਰੋ। ਤੇ ਕਹਿੰਦੇ ਜਿਸ ਤਰ੍ਹਾਂ ਮਰਜ਼ੀ ਤੁਸੀਂ ਸਮਾਜ ਦੇ ਵਿੱਚ ਵਿਚਰੋ, ਜਿੱਥੇ ਤੁਹਾਡਾ ਆਸਣ ਲਗਾਉਣ ਦਾ ਮਨ ਹੈ, ਉਸ ਸਥਾਨ ਦੇ ਉੱਤੇ ਜਾ ਕੇ ਆਸਣ ਲਗਾਵੋ। ਕਹਿੰਦੇ ਇਹ ਤੁਹਾਡਾ ਸਾਰਾ ਘਰ ਤੁਹਾਡਾ ਆਪਣਾ ਹੀ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਭਾਈ ਜੈ ਰਾਮ ਜੀ ਆਖਦੇ ਨੇ, ਤੇ ਆਖਦੇ ਨੇ ਕਹਿੰਦੇ ਜਿਵੇਂ ਜੀ ਆਵੇ ਤੁਸੀਂ ਸਤਸੰਗ ਕਰੋ, ਨਾਮ ਦਾ ਅਭਿਆਸ ਕਰੋ, ਤੇ ਹੋਰਾਂ ਦਾ ਵੀ ਤੁਸੀਂ ਇਸ ਕਲਯੁਗੀ ਜੀਵਾਂ ਦਾ ਉਧਾਰ ਕਰੋ। ਦੋਹਰਾ ਅਸ ਵਿਦ ਮਿਲ ਕਰ ਪਰਸਪਰ, ਦੋਏ ਦਿਸ਼ ਉਰ ਹਰ ਖਾਏ। ਸ਼੍ਰੀ ਨਾਨਕ ਸੋ ਪ੍ਰਕਾਸ਼ ਕੋ ਪੂਰਨ ਖੋੜ ਧਿਆਏ। ਤੇ ਇਸੇ ਤਰ੍ਹਾਂ ਕਹਿੰਦੇ ਇਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਬੇਬੇ ਨਾਨਕੀ ਜੀ, ਭਾਈ ਜੈ ਰਾਮ ਜੀ ਆਪਸ ਦੇ ਵਿੱਚ ਮਿਲ ਕੇ ਵਿਚਾਰ ਚਰਚਾ ਕਰਕੇ ਕਹਿੰਦੇ ਬਹੁਤ ਪ੍ਰਸੰਨ ਹੁੰਦੇ ਨੇ। ਹੁਣ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਜੀ ਅਖੀਰਲੀ ਪੰਕਤੀ ਦੇ ਵਿੱਚ ਆਖਦੇ ਨੇ, ਸ਼੍ਰੀ ਨਾਨਕ ਸੋ ਪ੍ਰਕਾਸ਼ ਕੋ ਪੂਰਨ ਖੋੜਸ ਧਿਆਏ। ਖੋੜਸ ਦਾ ਭਾਵ ਹੈ 16। ਤੇ ਕਹਿੰਦੇ ਆਖਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦਾ 16ਵਾਂ ਅਧਿਆਇ ਇੱਥੇ ਸਮਾਪਤ ਹੁੰਦਾ ਹੈ। ਇਸ ਸਮੁੱਚੇ ਪ੍ਰਸੰਗ ਦੇ ਵਿੱਚ ਅਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੇ ਬਾਬਤ ਜੋਤ ਵਿਚਾਰ ਸਰਵਣ ਕੀਤੇ ਨੇ। ਇੱਕ ਪੰਛੀ ਝਾਤ ਅਸੀਂ ਸਮਾਪਤੀ ਤੇ ਮਾਰ ਲਈਏ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਦੋਂ ਖਰਾ ਸੌਦਾ ਕਰਕੇ ਵਾਪਸ ਆਉਂਦੇ ਨੇ, ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਭੈਣ ਜੀ ਬੇਬੇ ਨਾਨਕੀ ਜੀ ਦਾ ਆਨੰਦ ਕਾਰਜ ਹੁੰਦਾ ਹੈ। ਆਨੰਦ ਕਾਰਜ ਹੋਣ ਤੋਂ ਬਾਅਦ ਸਾਰੇ ਰਸਮਾਂ ਦੇ ਅਨੁਸਾਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਪਹਿਲੀ ਵਾਰ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਬੇਬੇ ਨਾਨਕੀ ਜੀ ਨੂੰ ਲੈਣ ਵਾਸਤੇ ਭੇਜਿਆ ਜਾਂਦਾ। ਬੇਬੇ ਨਾਨਕੀ ਜੀ ਆਪਣੇ ਭਰਾ ਦੇ ਨਾਲ ਜਿੱਥੇ ਸੁਲਤਾਨਪੁਰ ਤੋਂ ਤਲਵੰਡੀ ਨਗਰ ਪਹੁੰਚਦੇ ਨੇ, ਮਾਤਾ ਪਿਤਾ ਦੇ ਨਾਲ ਰਹਿ ਕੇ ਕੁਝ ਦਿਨ ਬਤੀਤ ਕਰਦੇ ਨੇ, ਤਾਂ ਜੈ ਰਾਮ ਜੀ ਵਾਪਸ ਬੇਬੇ ਨਾਨਕੀ ਜੀ ਨੂੰ ਸੁਲਤਾਨਪੁਰ ਵਾਸਤੇ ਲੈ ਕੇ ਜਾਣ ਲਈ ਆਉਂਦੇ ਨੇ। ਤੇ ਉਸ ਸਮੇਂ ਜੈ ਰਾਮ ਜੀ ਦੀ ਅਤੇ ਰਾਏ ਗੁਲਾਬ ਜੀ ਦੀ ਆਪਸ ਦੇ ਵਿੱਚ ਵਿਚਾਰ ਹੁੰਦੀ, ਮਿਲਣੀ ਹੁੰਦੀ ਹੈ। ਤੇ ਵਿਚਾਰ ਚਰਚਾ ਇਹ ਹੁੰਦੀ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਸੁਲਤਾਨਪੁਰ ਵਿਖੇ ਲੈ ਜਾਇਆ ਜਾਵੇ। ਰਾਏ ਗੁਲਾਬ ਜੀ ਜੈ ਰਾਮ ਜੀ ਨੂੰ ਬੇਨਤੀ ਕਰਦੇ ਨੇ ਵੀ ਤੁਸੀਂ ਇਹਨਾਂ ਨੂੰ ਆਪਣੇ ਨਾਲ ਲੈ ਜਾਓ। ਤੇ ਬਾਅਦ ਦੇ ਵਿੱਚ ਜਦੋਂ ਜੈ ਰਾਮ ਜੀ ਵਾਪਸ ਸੁਲਤਾਨਪੁਰ ਪਹੁੰਚ ਜਾਂਦੇ ਨੇ, ਤਾਂ ਇੱਕ ਘਟਨਾ ਵਾਪਰਦੀ ਹੈ ਕਿ ਤਲਵੰਡੀ ਨਗਰ ਦੇ ਵਿੱਚ ਇੱਕ ਸਾਧੂ ਆਉਂਦਾ ਹੈ, ਜਿਸ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਿਚਾਰ ਕਰਦੇ ਨੇ। ਤੇ ਵਿਚਾਰ ਚਰਚਾ ਕਰਨ ਤੋਂ ਬਾਅਦ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਸਾਧੂ ਨੂੰ ਭੇਟਾ ਦੇ ਰੂਪ ਦੇ ਵਿੱਚ, ਜਿੱਥੇ ਇੱਕ ਸੋਨੇ ਦੀ ਮੁੰਦਰੀ ਦਿੰਦੇ ਨੇ, ਨਾਲ ਹੀ ਨਾਲ ਇੱਕ ਲੋਟਾ ਉਸ ਨੂੰ ਭੇਟਾ ਦੇ ਰੂਪ ਵਿੱਚ ਦਿੰਦੇ ਨੇ। ਜਦੋਂ ਘਰ ਵਾਪਸ ਆਉਂਦੇ ਨੇ ਖਾਲੀ ਹੱਥ ਦੇਖ ਕੇ, ਰਾਏ ਗੁਲਾਬ ਜੀ ਨੂੰ ਜਦੋਂ ਇਹ ਸਾਰੀ ਘਟਨਾ ਪਤਾ ਲੱਗਦਾ, ਤਾਂ ਮਹਿਤਾ ਕਾਲੂ ਜੀ ਨੂੰ ਬੁਲਾਇਆ ਜਾਂਦਾ। ਸਾਰੀ ਵਿਚਾਰ ਚਰਚਾ ਹੋਣ ਤੋਂ ਬਾਅਦ ਰਾਏ ਗੁਲਾਬ ਜੀ ਨੇ ਤੇ ਜੈ ਰਾਮ ਜੀ ਦੇ ਨਾਲ ਪਹਿਲੀ ਇਹ ਵਿਚਾਰ ਕੀਤੀ ਸੀ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਸੁਲਤਾਨਪੁਰ ਭੇਜ ਦਿੱਤਾ ਜਾਵੇ। ਬਾਅਦ ਦੇ ਵਿੱਚ ਇਹ ਵਿਚਾਰ ਹੁੰਦੀ ਹੈ ਤਾਂ ਰਾਏ ਗੁਲਾਬ ਜੀ ਪੱਤਰ ਲਿਖ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਹੱਥਾਂ ਦੇ ਵਿੱਚ ਸੌਂਪਦੇ ਨੇ ਤੇ ਨਾਲ ਹੀ ਨਾਲ ਉਹਨਾਂ ਨੂੰ ਵਿਦਾ ਕਰਦੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਸੇ ਤਰ੍ਹਾਂ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਪਹੁੰਚਦੇ ਨੇ, ਜਿੱਥੇ ਬੇਬੇ ਨਾਨਕੀ ਜੀ ਦੇ ਨਾਲ ਪੂਰਾ ਸਤਿਕਾਰ ਅਦਬ ਹੁੰਦਾ ਹੈ। ਉੱਥੇ ਜੈ ਰਾਮ ਜੀ ਵੀ ਪੂਰਾ ਪ੍ਰੇਮ ਭਾਵਨਾ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਆਓ ਭਗਤ ਕਰਦੇ ਨੇ। ਤੇ ਇਸੇ ਤਰ੍ਹਾਂ ਵਿਚਾਰ ਚਰਚਾ ਚੱਲਦੀ ਹੈ। ਤੇ ਫਿਰ ਅੱਗੇ ਜੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮੋਤੀ ਦੀ ਕਾਰ ਕਰਦੇ ਨੇ, ਉਹ ਪ੍ਰਸੰਗ 17ਵੇਂ ਅਧਿਆਇ ਦੇ ਵਿੱਚ ਅਸੀਂ ਸਰਵਣ ਕਰਾਂਗੇ। ਕੱਲ ਦੇ ਦੀਵਾਨਾਂ ਦੇ ਵਿੱਚ ਅਸੀਂ 17ਵੇਂ ਅਧਿਆਇ ਦਾ ਪ੍ਰਸੰਗ ਸਰਵਣ ਕਰਾਂਗੇ। ਇੱਕ ਬੇਨਤੀ ਆਪ ਜੀ ਦੇ ਨਾਲ ਕਰਨੀ ਚਾਹੁੰਦਾ।
ਆਮ ਤੌਰ ਦੇ ਉੱਤੇ ਸਾਡੇ ਘਰਾਂ ਦੇ ਵਿੱਚ ਨਾ ਇਹ ਵਿਚਾਰਾਂ ਆਮ ਤੌਰ ਦੇ ਉੱਤੇ ਚੱਲਦੀਆਂ ਨੇ। ਮੈਂ ਉਹ ਸ਼ਬਦ ਗੁਰੂ ਦੀ ਹਜ਼ੂਰੀ ਦੇ ਵਿੱਚ ਨਹੀਂ ਵਰਤਾਂਗਾ। ਜੇਕਰ ਕੋਈ ਭਰਾ ਆਪਣੇ ਭੈਣ ਦੇ ਸਹੁਰੇ ਪਰਿਵਾਰ ਦੇ ਵਿੱਚ ਜਾ ਕੇ ਕਿਤੇ 1-2 ਦਿਨ ਰਹਿ ਜਾਵੇ, ਜਾਂ ਕੋਈ ਜਵਾਈ ਆਪਣੇ ਸਹੁਰੇ ਘਰ ਦੇ ਵਿੱਚ ਜਾ ਕੇ ਰਹਿ ਲਵੇ, ਤਾਂ ਅਸੀਂ ਪਤਾ ਹੈ ਸਾਨੂੰ ਵੀ ਉਹ ਸਮਾਜ ਦੇ ਵਿੱਚ ਕੀ ਵਿਚਾਰਾਂ ਚੱਲਦੀਆਂ ਨੇ, ਜਾਂ ਕੀ ਕਹਾਵਤਾਂ ਕੀ ਮਨੌਤਾਂ ਆਮ ਤੌਰ ਦੇ ਉੱਤੇ ਪ੍ਰਚਲਿਤ ਹੋਈਆਂ ਨੇ। ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬੇਬੇ ਨਾਨਕੀ ਜੀ ਦੇ ਘਰ ਦੇ ਵਿੱਚ ਰਹਿੰਦੇ ਨੇ, ਤੇ ਇਸੇ ਤਰ੍ਹਾਂ ਅਸੀਂ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਇਤਿਹਾਸ ਦਾ ਵੀ ਜ਼ਿਕਰ ਕਰਦੇ ਹਾਂ ਵੀ ਉਹ ਵੀ ਜਵਾਈ ਦੇ ਰੂਪ ਦੇ ਵਿੱਚ ਜਿੱਥੇ ਰਿਸ਼ਤੇ ਪੱਖੋਂ ਲੱਗਦੇ ਨੇ, ਉਹ ਵੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਦਰ ਦੇ ਉੱਤੇ ਜਾ ਕੇ ਸੇਵਾ ਕਰਦੇ ਨੇ। ਜੇਕਰ ਇੱਕ ਭੈਣ ਨੂੰ ਜ਼ਰੂਰਤ ਪਵੇਗੀ ਕਿ ਭਰਾ ਆਪਣੀ ਭੈਣ ਦੀ ਲੋੜ ਦੇ ਅਨੁਸਾਰ ਉਸ ਭੈਣ ਦੇ ਘਰ ਦੇ ਵਿੱਚ ਜਾ ਕੇ ਨਹੀਂ ਰਹਿ ਸਕਦਾ, ਜਿੱਥੇ ਅਸੀਂ ਆਖਦੇ ਹਾਂ ਆਪਣੀ ਧੀ ਨੂੰ ਆਖਦੇ ਹਾਂ ਵੀ ਤੂੰ ਸਹੁਰੇ ਘਰ ਦੇ ਵਿੱਚ ਜਾ ਕੇ ਆਪਣੇ ਪਤੀ ਦੇ ਮਾਤਾ ਪਿਤਾ ਨੂੰ ਆਪਣੇ ਮਾਤਾ ਪਿਤਾ ਕਰਕੇ ਜਾਣਨਾ, ਕਿ ਇਸੇ ਤਰ੍ਹਾਂ ਇੱਕ ਜਵਾਈ ਦਾ ਫਰਜ਼ ਨਹੀਂ ਬਣਦਾ ਵੀ ਉਹ ਆਪਣੀ ਘਰ ਵਾਲੀ ਦੇ ਮਾਂ-ਬਾਪ ਨੂੰ, ਜਿਹੜੇ ਉਹਦੇ ਸੱਸ ਸਹੁਰਾ ਲੱਗਦੇ ਨੇ, ਉਹਨਾਂ ਨੂੰ ਵੀ ਆਪਣਾ ਮਾਂ-ਬਾਪ ਕਰਕੇ ਜਾਣੇ, ਉਹ ਵੀ ਲੋੜ ਪੈਣ ਤੇ ਉਹਨਾਂ ਦੇ ਨਾਲ ਖੜੇ। ਇਹ ਸਮਾਜ ਦੇ ਵਿੱਚ ਆਮ ਤੌਰ ਦੇ ਉੱਤੇ ਕਿਸੇ ਨਾ ਕਿਸੇ ਲੋਕਾਂ ਦੇ ਅਨੁਸਾਰ ਇਹ ਅਫਵਾਹਾਂ ਫੈਲਾਅ ਦਿੱਤੀਆਂ ਜਾਂਦੀਆਂ ਨੇ, ਜਾਂ ਇਹੋ ਜਿਹੀਆਂ ਮਨੌਤਾਂ ਬਣਾ ਦਿੱਤੀਆਂ ਜਾਂਦੇ ਨੇ ਵੀ ਇਹ ਸਾਰਾ ਕੁਝ ਗਲਤ ਗੱਲ ਹੈ। ਪਰ ਰਿਸ਼ਤਿਆਂ ਦੇ ਅਨੁਸਾਰ ਜੇਕਰ ਅਸੀਂ ਇਤਿਹਾਸਕ ਪੱਖ ਤੋਂ ਵੀ ਦੇਖੀਏ ਤਾਂ ਗੁਰੂ ਸਾਹਿਬਾਨਾਂ ਨੇ ਆਪ ਇਹ ਸਾਰੇ ਕਾਰਜ ਔਖੇ ਸਮੇਂ ਦੇ ਵਿੱਚ ਜਾਂ ਸਮਾਂ ਪੈਣ ਦੇ ਉੱਤੇ ਆਪ ਇਹ ਇਤਿਹਾਸ ਸਾਨੂੰ ਦੁਹਰਾਉਣਾ ਕੀਤਾ ਹੈ। ਅਸੀਂ ਆਪਣੇ ਇਤਿਹਾਸ ਤੋਂ ਸੇਧ ਲਈਏ, ਨਾ ਕਿ ਲੋਕਾਂ ਦੇ ਦੁਆਰਾ ਚਲਾਈਆਂ ਹੋਈਆਂ ਮਨੌਤਾਂ ਨੂੰ ਮੁੱਖ ਰੱਖ ਕੇ ਅਸੀਂ ਉਹਨਾਂ ਮਨੌਤਾਂ ਦੇ ਮਗਰ ਲੱਗ ਕੇ ਆਪਣੇ ਰਿਸ਼ਤਿਆਂ ਦੇ ਵਿੱਚ ਦਰਾਰ ਪੈਦਾ ਕਰੀਏ। ਗੁਰੂ ਕਿਰਪਾ ਕਰੇ, ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਅਸੀਂ 16ਵੇਂ ਅਧਿਆਇ ਦਾ ਪ੍ਰਸੰਗ ਕੀਤਾ ਹੈ, ਜਿੱਥੇ ਬੇਬੇ ਨਾਨਕੀ ਜੀ ਦਾਨ ਮੰਗਦੇ ਨੇ ਕਿ ਸਾਨੂੰ ਵਿਵੇਕ ਬੁੱਧ ਦੀ ਦਾਤ ਬਖਸ਼ਿਸ਼ ਕਰੋ। ਗੁਰੂ ਕਿਰਪਾ ਕਰੇ ਅਸੀਂ ਵੀ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਵਿਵੇਕ ਬੁੱਧ ਦੀ ਦਾਤ ਮੰਗੀਏ, ਤਾਂ ਜੋ ਸਾਨੂੰ ਵੀ ਖੋਟੇ ਅਤੇ ਖਰੇ ਦੀ ਪਰਖ ਹੋ ਸਕੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।